ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਬੰਦਾ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤਿਨ ਤੇ ਬਿਦਾ ਹੋਏ ਸੁਖਦਾਈ ਗਮਨੇ ਮੰਦ ਮੰਦ ਪਗ ਜਾਈ। ਸ਼੍ਰੀ ਅੰਗਦ ਸੁਨੀਏ ਤੈ ਕਾਲਾ ਮੈਂ ਬੂਝੇ ਤਬ ਦੀਨ ਦਿਆਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਜੁੜ ਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਜੋ ਇਹ ਕਥਾ ਸੁਨਿਆ ਰਗਾਵੈ ਦੁਖ ਪਾਪ ਤਿਹ ਨਿਕਟ ਨ ਆਵੈ। ਇਹ ਐਸੀ ਕਲਿਆਣਕਾਰੀ ਕਥਾ ਹੈ, ਨਿਰੰਕਾਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਮੁਲਤਾਨ ਦੇ ਪੀਰਾਂ ਨਾਲ ਗੋਸ਼ਟੀ ਕੀਤੀ ਹੈ। ਕਾਜੀ ਰੁਕਨਦੀਨ ਪੀਰ ਬਹਾਵਲ ਹੱਕ ਵਰਗੇ ਮੁਲਤਾਨ ਦੇ ਰਹਿਣ ਵਾਲੇ ਅਨੇਕਾਂ ਪੀਰਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ।
ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼, ਭਲੇ ਕਰਮਾਂ 'ਚ ਪ੍ਰਵਿਰਤ ਹੋਣ ਦਾ ਉਪਦੇਸ਼, ਵੰਡ ਕੇ ਛਕਣ ਦਾ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬਖਸ਼ਿਆ ਹੈ। ਹਾਜ਼ਰਨਾਮਾ ਪਾਤਸ਼ਾਹ ਨੇ ਉਚਾਰਿਆ ਹੈ, ਜਿਹਦੀ ਕਥਾ ਗੁਰੂ ਸਾਹਿਬ ਜੀ ਦੀ ਦਇਆ ਮਿਆ ਸਦਕਾ ਪਿਛਲਿਆਂ ਪ੍ਰਕਰਣਾਂ ਵਿੱਚ ਆਪਾਂ ਸਾਰਿਆਂ ਨੇ ਵਿਚਾਰੀ ਹੈ। ਮੁਲਤਾਨ ਤੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਪੀਰਾਂ ਨੂੰ ਕਿਰਤਾਰਥ ਕਰਕੇ ਇੱਥੋਂ ਚਾਲਾ ਮਾਰਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਿਨ ਤੇ ਬਿਦਾ ਹੋਏ ਸੁਖਦਾਈ। ਮੁਲਤਾਨ ਤੋਂ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਿਦਾ ਹੋਏ ਹਨ। ਗਮਨੇ ਮੰਦ ਮੰਦ ਪਗ ਜਾਈ। ਸਹਿਜੇ ਸਹਿਜੇ ਆਪਣੇ ਚਰਨ ਭੂਮੀ ਤੇ ਟਿਕਾਉਂਦਿਆਂ, ਭੂਮੀ ਨੂੰ ਵੀ ਕਿਰਤਾਰਥ ਕਰਦਿਆਂ ਹੋਇਆਂ, ਧਰਤੀ ਨੂੰ ਪਵਿੱਤਰ ਕਰਦਿਆਂ ਹੋਇਆਂ ਸਤਿਗੁਰੂ ਜੀ ਜਾ ਰਹੇ ਹਨ। ਸ਼੍ਰੀ ਅੰਗਦ ਸੁਨੀਏ ਤੈ ਕਾਲਾ। ਇਹ ਜਿਤਨੀ ਵੀ ਕਥਾ ਹੈ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਹੈ ਜੋ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਇਸ ਕਰਕੇ ਭਾਈ ਸਾਹਿਬ ਜੀ ਨੇ ਸਾਰੀ ਕਥਾ ਭਾਈ ਬਾਲਾ ਜੀ ਦੇ ਮੁਖੋਂ ਉਚਾਰਨ ਕਰਵਾਈ ਹੈ। ਤੋ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਸੁੱਖਾਂ ਦੇ ਦਾਤੇ ਸਤਿਗੁਰੂ ਜੀ ਸੁਣੋ। ਮੈਂ ਬੂਝੇ ਤਬ ਦੀਨ ਦਿਆਲਾ। ਕਹਿੰਦੇ ਜਦੋਂ ਅਸੀਂ ਮੁਲਤਾਨ ਤੋਂ ਚੱਲੇ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ, ਇਨਕੇ ਬਿਖੇ ਪੀਰ ਕੋ ਨੀਕਾ। ਮਹਾਰਾਜ ਜੀ ਇਹ ਮੁਲਤਾਨ ਦੇ ਬੜੇ ਬੜੇ ਵੱਡੇ ਪੀਰ, ਮਹਾਨ ਪੀਰ ਇੱਥੇ ਬੈਠੇ ਸਨ। ਇਹਨਾਂ ਵਿੱਚ ਕੋਈ ਵੱਡਾ ਪੀਰ ਜਿਹੜਾ ਸ਼੍ਰੋਮਣੀ ਹੋਵੇ, ਸਰਬੋਤਮ ਹੋਵੇ। ਸੁਨ ਬੋਲੇ ਬੇਦੀ ਕੁਲ ਟੀਕਾ। ਬੇਦੀਆਂ ਦੀ ਕੁਲ ਦੇ ਸ਼੍ਰੋਮਣੀ, ਬੇਦੀ ਕੁਲ ਟੀਕਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਵਕਤ ਬੋਲੇ। ਸ਼ਮਸ ਤਬਰੇਜ ਨਾਮ ਹੈ ਜੈ ਕੋ। ਪਾਤਸ਼ਾਹ ਕਹਿਣ ਲੱਗੇ ਭਾਈ ਬਾਲਾ ਜੀ, ਜਿਸ ਜਗ੍ਹਾ ਤੇ ਆਪਾਂ ਬੈਠੇ ਸੀ ਨਾ ਮੁਲਤਾਨ 'ਚ, ਉਸ ਜਗ੍ਹਾ ਤੇ ਇੱਕ ਮਹਾਨ ਪੀਰ ਹੋਏ ਨੇ ਸੂਫੀ ਸੰਤ, ਜਿਨ੍ਹਾਂ ਦਾ ਨਾਮ ਸੀ ਸ਼ਮਸ ਤਬਰੇਜ਼। ਮਨਸੂਰ ਔਰ ਸ਼ਮਸ ਤਬਰੇਜ਼, ਇਹਨਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਸੂਫੀ ਸੰਤਾਂ ਵੱਲੋਂ ਪ੍ਰਚਾਰੀਆਂ ਪ੍ਰਸਾਰੀਆਂ ਗਈਆਂ। ਮੁਸਲਮਾਨਾਂ ਦੇ ਅਨੇਕ ਫਿਰਕਿਆਂ ਵਿੱਚੋਂ ਇੱਕ ਫਿਰਕਾ ਉਹਨਾਂ ਦਾ ਸੂਫੀ ਵੀ ਹੈ। ਜਿਹੜੇ ਸੂਫੀ ਸੰਤ ਹੁੰਦੇ ਨੇ ਇਹਨਾਂ ਦਾ ਸੁਭਾਅ ਵਿਦਾਂਤੀ ਹੁੰਦਾ। ਜਿਵੇਂ ਵਿਦਾਂਤ ਦੇ ਵਿੱਚ ਅਹੰਗ ਬ੍ਰਹਮ ਦਾ ਭਾਵ ਹੁੰਦਾ ਹੈ, ਇੱਦਾਂ ਇਹ ਵੀ ਆਪਣੇ ਆਪ ਨੂੰ ਅਹੰਗ ਬ੍ਰਹਮ ਰੂਪ ਕਰਕੇ ਵੇਖਦੇ ਨੇ। ਤੋ ਸੂਫੀ ਸੰਤਾਂ ਦਾ ਸਿਧਾਂਤ ਕੁਝ ਵਿਦਾਂਤ ਦੇ ਮਤ ਦੇ ਨਾਲ ਮਿਲਦਾ ਜੁਲਦਾ ਹੈ। ਇਸ ਕਰਕੇ ਮੁਸਲਮਾਨਾਂ ਦੇ ਵਿੱਚ ਸੂਫੀ ਸੰਤਾਂ ਦਾ ਬਹੁਤ ਪਹਿਲਾਂ ਵਿਰੋਧ ਵੀ ਹੁੰਦਾ ਰਿਹਾ ਹੈ, ਜਿਨ੍ਹਾਂ ਵਿੱਚੋਂ ਮਨਸੂਰ ਵੀ ਸੀ, ਸ਼ਮਸ ਤਬਰੇਜ਼ ਵੀ ਸੀ। ਸ਼ਮਸ ਤਬਰੇਜ਼ ਦੇ ਸੰਬੰਧ ਵਿੱਚ ਜਿਹੜੀ ਕਥਾ ਉੱਥੇ ਪ੍ਰਗਟ ਸੀ ਉਹ ਗੁਰੂ ਬਾਬਾ ਜੀ ਭਾਈ ਬਾਲਾ ਜੀ ਨੂੰ ਸਰਵਣ ਕਰਾਉਣ ਲੱਗੇ ਨੇ। ਮਹਾਰਾਜ ਜੀ ਕਹਿੰਦੇ ਇੱਥੇ ਇੱਕ ਮਹਾਤਮਾ ਹੋਏ ਨੇ ਮੁਲਤਾਨ 'ਚ, ਜਿੱਥੇ ਸਤਿਗੁਰੂ ਜੀ ਬੈਠੇ ਸੀ ਉਹ ਜਗ੍ਹਾ ਸ਼ਮਸ ਤਬਰੇਜ਼ ਦੀ ਸੀ। ਸ਼ਮਸ ਤਬਰੇਜ਼ ਦੀ ਉਹ ਮਸੀਤ ਕਹੀ ਜਾਂਦੀ ਸੀ। ਉੱਥੇ ਹੀ ਸਤਿਗੁਰੂ ਜੀ ਨੇ ਆਪਣਾ ਆਸਣ ਲਾਇਆ ਸੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ। ਮਹਾਰਾਜ ਜੀ ਕਹਿੰਦੇ ਸ਼ਮਸ ਤਬਰੇਜ਼ ਨਾਮ ਦਾ ਇੱਕ ਮਹਾਤਮਾ ਇਹਨਾਂ ਵਿੱਚ ਹੋਇਆ ਹੈ। ਸਭ ਤੇ ਊਚੋ ਪਦ ਐ ਤੈ ਕੋ। ਉਸ ਸ਼ਮਸ ਤਬਰੇਜ਼ ਦਾ ਇਹਨਾਂ ਮੁਲਤਾਨ ਦੇ ਪੀਰਾਂ ਵਿੱਚੋਂ ਸਭ ਤੋਂ ਉੱਚਾ ਪਦ ਹੋਇਆ ਹੈ। ਉਹ ਬੜੀ ਉੱਚੀ ਪਦਵੀ ਦਾ ਮਾਲਕ ਹੋਇਆ ਹੈ। ਇਸ ਕੋ ਸੁਨੋ ਸਰਬ ਪ੍ਰਸੰਗਾ। ਪਾਤਸ਼ਾਹ ਕਹਿਣ ਲੱਗੇ ਅਸੀਂ ਤੁਹਾਨੂੰ ਸ਼ਮਸ ਤਬਰੇਜ਼ ਦਾ ਪ੍ਰਸੰਗ ਸੁਣਾਉਨੇ ਆ ਵੀ ਸ਼ਮਸ ਤਬਰੇਜ਼ ਕੌਣ ਸੀ, ਉਹਦੇ ਬਾਰੇ ਜਿਹੜੀ ਇੱਥੇ ਵਿਥਿਆ ਪ੍ਰਚਲਿਤ ਹੈ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਉਹ ਅਸੀਂ ਤੁਹਾਨੂੰ ਸਰਵਣ ਕਰਾਉਂਦੇ ਹਾਂ। ਜਿਸ ਪ੍ਰਕਾਰ ਪਾਮਤੋ ਉਤੰਗਾ। ਕਿ ਕਿਵੇਂ ਸ਼ਮਸ ਤਬਰੇਜ਼ ਉੱਚ ਪਦਵੀ ਨੂੰ ਪ੍ਰਾਪਤ ਹੋਇਆ,
ਕਿਵੇਂ ਉਹਦੀ ਪਦਵੀ ਮਹਾਨ ਪ੍ਰਾਪਤ ਹੋਈ ਆ ਉਸ ਨੂੰ। ਰੂਮ ਵਿਲਾਇਤ ਜਹਾਂ ਸੋਐਹੀ। ਮਹਾਰਾਜ ਜੀ ਕਹਿੰਦੇ ਬਾਲਾ ਜੀ ਰੋਮ ਵਲੈਤ ਦਾ ਜਿਹੜਾ ਇਲਾਕਾ ਹੈ, ਪੀਂਜਾ ਤੈ ਮਨਸੂਰ ਸੁਰੈਹੀ। ਰੋਮ ਵਲਾਇਤ ਦੇਸ਼ ਦੇ ਵਿੱਚ ਇੱਕ ਪੇਂਜਾ ਸੀ। ਪੇਂਜਾ ਜੁਲਾਇਆ ਜਿਹੜਾ ਰੂੰ ਆਦਿਕ ਪਿੰਜ ਕੇ ਉਹਦੇ ਤੋਂ ਕੱਪੜੇ ਆਦਿਕ ਬਣਾਉਂਦਾ, ਇਦਾਂ ਦਾ ਕੋਈ ਪੇਂਜਾ ਸੀ। ਮਿਲਿਓ ਸੰਤ ਕੋ ਤਾਈ ਮਹਾਨਾ। ਉਸ ਪੇਂਜੇ ਨੂੰ ਕੋਈ ਚੰਗਾ ਮਹਾਤਮਾ, ਕੋਈ ਚੰਗਾ ਸੰਤ ਮਿਲਿਆ। ਰੋਮ ਵਲੈਤ ਦੇਸ਼ ਦਾ ਇੱਕ ਪੇਂਜਾ ਸੀ। ਉਸ ਪੇਂਜੇ ਨੂੰ ਕੋਈ ਚੰਗਾ ਰੱਬ ਦਾ ਪਿਆਰਾ ਮਹਾਤਮਾ ਮਿਲਿਆ। ਸਗਰੋ ਜੀਵ ਭਾਵ ਕੀਏ ਹਾਨਾ। ਉਹ ਕੋਈ ਚੰਗੇ ਰੁਤਬੇ ਦਾ ਮਾਲਕ ਰਿਹਾ ਹੋਵੇਗਾ ਮਹਾਤਮਾ, ਉਹਨੇ ਉਸ ਪੇਂਜੇ ਦੇ ਅੰਦਰੋਂ ਜੀਵ ਭਾਵ ਖਤਮ ਕਰ ਦਿੱਤਾ। ਕਿਉਂਕਿ ਅਸੀਂ ਸਾਰੇ ਜੀਵ ਭਾਵ 'ਚ ਜੀਵਦੇ ਹਾਂ। ਸਾਨੂੰ ਕੋਈ ਪੁੱਛੇ ਕੌਣ, ਅਸੀਂ ਝਟ ਕਹਿੰਦੇ ਫਲਾਣਾ ਸਿਓ, ਕਿਉਂਕਿ ਸਾਡੇ ਅੰਦਰ ਜੀਵ ਭਾਵ ਹੈ, ਬ੍ਰਹਮ ਭਾਵ ਨਹੀਂ ਹੈ। ਅਸੀਂ ਆਪਣੇ ਆਪ ਨੂੰ ਬ੍ਰਹਮ ਰੂਪ ਕਰਕੇ ਨਹੀਂ ਵੇਖਦੇ, ਜੀਵ ਰੂਪ ਕਰਕੇ ਵੇਖਦੇ ਹਾਂ। ਕਿਉਂਕਿ ਜੀਵ ਜਿਹੜਾ ਹੈ ਉਸ ਬ੍ਰਹਮ ਦੇ ਵਿੱਚ ਕਲਪਤ ਹੈ, ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਹੁੰਦੀ ਹੈ। ਇਦਾਂ ਇਹ ਜੀਵ ਭਾਵ ਬ੍ਰਹਮ ਦੇ ਵਿੱਚ ਕੇਵਲ ਅਸੀਂ ਕਲਪਿਆ ਹੋਇਆ ਤੇ ਉਸੇ ਨੂੰ ਅਸੀਂ ਆਪਣਾ ਸਰੂਪ ਮੰਨਿਆ ਭਰਮ ਦੀ ਦਸ਼ਾ 'ਚ। ਕਹਿੰਦੇ ਉਸ ਪੇਂਜੇ ਨੂੰ ਕੋਈ ਚੰਗਾ ਮਹਾਤਮਾ ਮਿਲਿਆ, ਉਹਨੇ ਉਹਦੇ ਤੇ ਤਰਸ ਕਰਕੇ ਉਹਦੇ ਅੰਦਰੋਂ ਜੀਵ ਭਾਵ ਖਤਮ ਕਰ ਦਿੱਤਾ। ਅਨਲ ਹੱਕ ਬੋਲਿਓ ਬਖਿਆਤਾ। ਉਹ ਪੇਂਜਾ ਆਪਣੀ ਜ਼ੁਬਾਨ ਤੋਂ ਕਹਿਣ ਲੱਗ ਪਿਆ, ਅਨਲ ਹੱਕ, ਅਨਲ ਹੱਕ, ਮੈਂ ਹੀ ਖੁਦਾ ਹਾਂ, ਮੈਂ ਹੀ ਖੁਦਾ ਹਾਂ। ਇਹ ਜਾਪ ਉਹ ਆਪਣੀ ਜ਼ੁਬਾਨ ਤੋਂ ਜਪਣ ਲੱਗ ਪਿਆ। ਜਦੋਂ ਉਹਦੇ ਅੰਦਰੋਂ ਜੀਵ ਭਾਵ ਖਤਮ ਹੋ ਗਿਆ ਤੇ ਉਹਨੇ ਜਾਣ ਲਿਆ ਵੀ ਮੈਂ ਬ੍ਰਹਮੀ ਹਾਂ, ਮੈਂ ਜੀਵ ਨਹੀਂ ਹਾਂ। ਜਿਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਜੋਤੀ ਸਰੂਪ ਰੱਬ ਨੂੰ ਵੇਖ ਲਏ ਫਿਰ ਇਹ ਸਮਝ ਲੈਂਦਾ ਮੈਂ ਬ੍ਰਹਮ ਰੂਪ। ਪਰ ਗੁਰਮਤ ਦਾ ਜਿਹੜਾ ਇਹ ਗਿਆਨ ਹੈ, ਇਹ ਭਗਤੀ ਲਵਰੇਜ ਹੋਣ ਕਰਕੇ ਕਦੇ ਮੂੰਹ ਤੋਂ ਨਹੀਂ ਕਹਿੰਦਾ ਮੈਂ ਬ੍ਰਹਮ ਹਾਂ। ਹਿਰਦੇ ਵਿੱਚ ਇਹੀ ਗਿਆਨ ਹੈ ਗੁਰਸਿੱਖ ਦੇ ਕਿ ਮੈਂ ਬ੍ਰਹਮ ਹਾਂ, ਪਰ ਜ਼ੁਬਾਨ ਤੋਂ ਨਹੀਂ ਕਹਿੰਦਾ ਮੈਂ ਰੱਬ ਹਾਂ ਜਾਂ ਮੈਂ ਬ੍ਰਹਮ ਹਾਂ। ਜ਼ੁਬਾਨ ਤੋਂ ਕਹਿੰਦਾ ਮੈਂ ਉਹਦਾ ਦਾਸ ਹਾਂ। ਮੁਖ ਵਿੱਚ ਭਗਤੀ ਹੈ, ਹਿਰਦੇ ਵਿੱਚ ਗਿਆਨ ਹੈ, ਔਰ ਵਰਤਣ ਵਿੱਚ ਵੈਰਾਗ ਹੈ। ਇਹ ਜਿਹੜਾ ਸੂਫੀ ਮਹਾਤਮਾ ਸੀ ਪੇਂਜਾ, ਜਦੋਂ ਕਿਸੇ ਚੰਗੇ ਸਾਧੂ ਦਾ ਸੰਗ ਹੋਇਆ, ਜੀਵ ਭਾਵ ਖਤਮ ਹੋ ਗਿਆ, ਇਹਨੇ ਆਪਣੇ ਨਿਜ ਸਰੂਪ ਨੂੰ ਵੇਖ ਲਿਆ, ਬ੍ਰਹਮ ਸਰੂਪ ਨੂੰ, ਔਰ ਕਹਿਣਾ ਸ਼ੁਰੂ ਕਰ ਦਿੱਤਾ ਅਨਲ ਹੱਕ, ਅਨਲ ਹੱਕ। ਇਹ ਜਾਪ ਜਪਣਾ ਸ਼ੁਰੂ ਕਰ ਦਿੱਤਾ। ਜੈ ਉਰ ਤੇ ਪੀ ਦ્વੈਤ ਨਿਪਾਤਾ। ਕੇਵਲ ਜ਼ੁਬਾਨ ਤੋਂ ਹੀ ਨਹੀਂ ਸੀ ਕਹਿੰਦਾ ਅਨਲ ਹੱਕ, ਹਿਰਦੇ ਵਿੱਚੋਂ ਵਾਕਈ ਦ્વੈਤ ਭਾਵ ਖਤਮ ਹੋ ਗਿਆ। ਦੁਈ ਦ્વੈਸ਼ ਦੀ ਜਿਹੜੀ ਬਿਰਤੀ ਸੀ, ਬ੍ਰਹਮ ਤੋਂ ਇਲਾਵਾ ਜਿਹੜੀ ਹੋਰ ਬਿਰਤੀ ਹੁੰਦੀ ਦ્વੈਸ਼ ਵਾਲੀ, ਉਹ ਇਹਦੇ ਅੰਦਰੋਂ ਸਮਾਪਤ ਹੋ ਗਈ। ਤੈ ਪੁਰ ਰਹਿਤ ਏਕ ਮੌਲਾਨਾ। ਉਸੇ ਨਗਰ ਦੇ ਵਿੱਚ ਰਹਿਣ ਲੱਗ ਪਿਆ। ਇਹਦਾ ਨਾਮ ਸੀ ਮਨਸੂਰ। ਜਿਹੜਾ ਇਹ ਪੇਂਜਾ ਸੀ ਜਾਤੀ ਕਰਕੇ ਰੱਬ ਦੇ ਗਿਆਨ ਦੀ ਪ੍ਰਾਪਤੀ ਕੀਤੀ, ਅਨਲ ਹੱਕ, ਅਨਲ ਹੱਕ ਕਹਿਣ ਲੱਗ ਪਿਆ। ਤੇ ਉਸੇ ਨਗਰ ਦੇ ਵਿੱਚ ਰੂਮ ਵਲੈਤ ਵਿੱਚ ਰਹਿੰਦਾ ਹੈ। ਉਸੇ ਨਗਰ ਵਿੱਚ ਇੱਕ ਮੌਲਾਣਾ ਰਹਿੰਦਾ ਹੈ। ਤੁਰਕ ਸ਼ਰਾ ਮਤ ਚਲਨ ਮਹਾਨਾ। ਉਹ ਜਿਹੜਾ ਮੁੱਲਾ ਸੀ ਉਹ ਤੁਰਕ ਦੀ ਸ਼ਰ੍ਹਾ ਵਿੱਚ, ਜਿਹੜੇ ਤੁਰਕ ਦੇ ਕਾਨੂੰਨ ਨੇ, ਇਸਲਾਮ ਦੀ ਸ਼ਰ੍ਹਾ ਹੈ, ਉਹਦੇ ਅਨੁਸਾਰ ਉਹ ਚੱਲਦਾ ਤੇ ਚਲਾਉਂਦਾ ਸੀ ਲੋਕਾਂ ਨੂੰ। ਅਨਲ ਹੱਕ ਬੋਲਤ ਤੈਂ ਸੁਨਿਓ। ਮਨਸੂਰ ਕਿਤੇ ਉਹਦੇ ਕੋਲੋਂ ਲੰਘਿਆ ਮੁੱਲਾਂ ਦੇ, ਔਰ ਉਹਨੇ ਆਪਣੇ ਮੂੰਹ ਆਖਿਆ ਅਨਲ ਹੱਕ, ਅਨਲ ਹੱਕ, ਮੈਂ ਹੀ ਖੁਦਾ ਹਾਂ। ਜਦੋਂ ਉਸ ਮੁੱਲਾ ਨੇ ਇਹ ਗੱਲ ਮਨਸੂਰ ਦੇ ਮੂੰਹੋਂ ਸੁਣੀ, ਰਿਓ ਹਟਾਏ ਅਧਿਕ ਡਰ ਪੰਨਿਓ। ਉਹਨੇ ਇਹਨੂੰ ਡਰਾਵਾ ਦਿੱਤਾ, ਓ ਮਨਸੂਰ ਆ ਕੀ ਕਰਦਾ ਤੂੰ? ਖੁਦਾ ਦੀ ਬਰਾਬਰੀ ਕਰਦਾ, ਆਪਣੇ ਆਪ ਨੂੰ ਖੁਦਾ ਕਹਿਣਾ? ਖਬਰਦਾਰ ਜੇ ਦੁਬਾਰਾ ਆਖਿਆ ਆਪਣੇ ਮੂੰਹ। ਏਦਾਂ ਉਸ ਮੁੱਲਾ ਨੇ ਉਸ ਮਨਸੂਰ ਨੂੰ ਡਰਾਇਆ, ਉਹਨੂੰ ਡਰਾਵਾ ਦੇ ਕੇ ਰੋਕਿਆ। ਜਾਂ ਕੋ ਵੈਵਤ ਪ੍ਰਾਪਤ ਹੋਈ। ਕਿ ਤੂੰ ਆਪਣੇ ਮੂੰਹ ਇਹ ਨਹੀਂ ਕਹਿਣਾ ਅਨਲ ਹੱਕ, ਇਹ ਕਹਿਣਾ ਮੈਂ ਖੁਦਾ ਦਾ ਬੰਦਾ ਹਾਂ, ਇਹ ਨਹੀਂ ਕਹਿਣਾ ਮੈਂ ਹੀ ਖੁਦਾ ਹਾਂ।
ਜਦੋਂ ਇਹਨੇ ਡਰਾਵੇ ਦਿੱਤੇ ਮਨਸੂਰ ਨੂੰ, ਪਰ ਹੁਣ ਮਨਸੂਰ ਕਿੱਥੇ ਡਰਦਾ ਸੀ। ਕਹਿੰਦੇ ਜਿਨ੍ਹਾਂ ਨੂੰ ਇਹ ਵਸਤੂ ਪ੍ਰਾਪਤ ਹੋ ਜਾਂਦੀ ਹੈ ਨਾ ਅਨਲ ਹੱਕ ਦੀ, ਕਿ ਮੈਂ ਬ੍ਰਹਮ ਸਰੂਪ ਹੀ ਹਾਂ, ਜਿਨ੍ਹਾਂ ਨੂੰ ਇਹ ਵਸਤੂ ਮਿਲ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ, ਡਰ ਕੈ ਕੋ ਨੈ ਮਾਨਤ ਸੋਈ। ਉਹ ਫਿਰ ਕਿਸੇ ਦਾ ਭੈ ਜਾਂ ਡਰ ਨਹੀਂ ਮੰਨਦੇ, ਉਹਨਾਂ ਦੇ ਅਨੁਭਵ 'ਚ ਡਰ ਰਹਿੰਦਾ ਹੀ ਨਹੀਂ। ਉਹ ਕਹਿੰਦੇ ਡਰ ਕੀ ਹੁੰਦਾ, ਕਿਉਂਕਿ ਬ੍ਰਹਮ ਨੂੰ ਤਾਂ ਡਰ ਹੋ ਹੀ ਨਹੀਂ ਸਕਦਾ ਨਾ। ਜਦੋਂ ਕੋਈ ਬ੍ਰਹਮ ਰੂਪ ਹੀ ਹੋ ਜੇ ਫਿਰ ਉਹਨੂੰ ਕਾਹਦਾ ਡਰ, ਉਹਨੂੰ ਕਾਹਦਾ ਭੈ। ਕਹਿੰਦੇ ਮਨਸੂਰ ਨੂੰ ਮੁੱਲਾਂ ਨੇ ਡਰਾਵੇ ਬਹੁਤ ਦਿੱਤੇ, ਪਰ ਹੁਣ ਜਿਹਨੂੰ ਇਹ ਵਸਤੂ ਮਿਲੀ ਹੋਵੇ ਬ੍ਰਹਮ ਗਿਆਨ ਦੀ, ਉਹਨੇ ਕਿਵੇਂ ਡਰਨਾ ਸੀ। ਉਹ ਤਾਂ ਹੁਣ ਕੋਈ ਡਰ ਨਹੀਂ ਮੰਨਦਾ। ਕਰਿਓ ਮੁੱਲਾ ਨੇ ਬਾਦ ਕਨੇਰਾ। ਮੁੱਲਾ ਨੇ ਬੜਾ ਝਗੜਾ ਕੀਤਾ, ਉਹਨੇ ਬੜਾ ਬਖੇੜਾ ਖੜਾ ਕੀਤਾ। ਨੈ ਮਾਨਿਓ ਗੈ ਲੀਏ ਬਿਨ ਦੇਰਾ। ਜਦੋਂ ਮਨਸੂਰ ਨੇ ਗੱਲ ਨਾ ਮੰਨੀ ਤੇ ਮੁਲਾਣੇ ਨੇ ਕੀ ਕੀਤਾ, ਰਾਜੇ ਕੋਲ ਸ਼ਿਕਾਇਤ ਕਰਕੇ ਮਨਸੂਰ ਨੂੰ ਗ੍ਰਿਫਤਾਰ ਕਰਵਾ ਦਿੱਤਾ। ਸੂਰੀ ਪਰਸੋ ਦੀਨ ਚੜਾਈ। ਇਹਨਾਂ ਨੇ ਇਕੱਠਿਆਂ ਹੋ ਕੇ ਸਲਾਹ ਕੀਤੀ ਵੀ ਇਹਨੂੰ ਸਜ਼ਾ ਦੇਈਏ। ਮੁੱਲਾ ਨੇ ਹੀ ਫਤਵਾ ਜਾਰੀ ਕੀਤਾ, ਕਹਿਣ ਲੱਗਾ ਵੀ ਇਹਨੂੰ, ਕਿਉਂਕਿ ਅਨਲ ਹੱਕ ਕਹਿਣ ਤੋਂ ਰੁਕਦਾ ਨਹੀਂ, ਹਾਲੇ ਵੀ ਅਨਲ ਹੱਕ ਕਹੀ ਜਾਂਦਾ ਕੈਦ 'ਚ ਵੀ। ਇਹ ਤਾਂ ਖੁਦਾ ਦਾ ਸ਼ਰੀਕ ਬਣ ਗਿਆ, ਕਹਿੰਦਾ ਮੈਂ ਹੀ ਖੁਦਾ ਹਾਂ। ਕਹਿੰਦੇ ਇਹਨੂੰ ਸੂਲੀ ਚਾੜ ਕੇ ਇਹਨੂੰ ਮੌਤ ਦੇ ਘਾਟ ਉਤਾਰ ਦਿਓ। ਤਾਂ ਉਸ ਵਕਤ ਮਨਸੂਰ ਨੂੰ ਸੂਲੀ ਤੇ ਚਾੜ ਕੇ ਸ਼ਹੀਦ ਕਰਨ ਲੱਗੇ। ਅਨਲ ਹੱਕ ਬੋਲਿਓ ਤੈ ਥਾਈ। ਜਦੋਂ ਸੂਲੀ ਤੇ ਚਾੜ ਦਿੱਤਾ, ਉੱਥੇ ਵੀ ਉਹ ਕਹੀ ਜਾਵੇ ਆਪਣੇ ਮੂੰਹੋਂ ਅਨਲ ਹੱਕ, ਅਨਲ ਹੱਕ, ਇਹ ਆਪਣੇ ਮੂੰਹੋਂ ਕਹੀ ਜਾਵੇ। ਸਰਬ ਸਰੀਰ ਭੇਦਗੀ ਸੂਰੀ। ਕਹਿੰਦੇ ਸੂਲੀ ਨੇ ਸਾਰਾ ਪੇਟ ਚਾਕ ਕਰ ਦਿੱਤਾ ਉਹਦਾ, ਮਨਸੂਰ ਦਾ। ਸਾਰੇ ਪੇਟ ਨੂੰ ਵਿੰਨ ਕੇ ਸੂਲੀ ਪਾਰ ਨਿਕਲ ਗਈ। ਤਦ ਪਰ ਨ ਡੁੱਲਿਓ ਟਿਕੀ ਬ੍ਰਿਤੀ ਰੂਰੀ। ਕਹਿੰਦੇ ਫੇਰ ਵੀ ਉਹ ਨਹੀਂ ਡੋਲਿਆ, ਉਹਦੀ ਬਿਰਤੀ ਇਹੋ ਜਿਹੀ ਟਿਕੀ ਹੋਈ। ਫਿਰ ਬ੍ਰਹਮ ਰੂਪ ਵਿੱਚ, ਤੇ ਬ੍ਰਹਮ ਰੂਪ ਵਿੱਚ ਟਿਕੀ ਹੋਈ ਬਿਰਤੀ ਨਾਲ ਫਿਰ ਵੀ ਕਹੀ ਜਾਂਦਾ ਹੈ ਅਨਲ ਹੱਕ, ਅਨਲ ਹੱਕ, ਇਹੀ ਬੋਲੀ ਜਾਂਦਾ ਹੈ। ਸ਼੍ਰੋਣਤ ਕੀ ਬੂੰਦੇ ਤਰ ਪਰਈ। ਪ੍ਰਾਣ ਨਿਕਲ ਗਏ ਨੇ, ਸਵਾਸ ਨਿਕਲ ਗਏ ਨੇ ਸਰੀਰ ਚੋਂ, ਤੇ ਉਹ ਮਨਸੂਰ ਦੇ ਸਰੀਰ ਚੋਂ ਜਿਹੜੀਆਂ ਬੂੰਦਾਂ ਜ਼ਮੀਨ ਤੇ ਡਿੱਗਦੀਆਂ ਨੇ, ਉਹ ਡਿੱਗਦੀਆਂ ਹੋਈਆਂ ਖੂਨ ਦੀਆਂ ਜਿਹੜੀਆਂ ਬੂੰਦਾਂ ਹਨ, ਅਨਲ ਹੱਕ ਕੋ ਸ਼ਬਦ ਉਚਰਈ। ਖੂਨ ਦੀਆਂ ਉਹਨਾਂ ਬੂੰਦਾਂ ਚੋਂ ਵੀ ਆਵਾਜ਼ ਆ ਰਹੀ ਹੈ ਅਨਲ ਹੱਕ, ਅਨਲ ਹੱਕ। ਉਹ ਆਵਾਜ਼ ਬੰਦ ਨਹੀਂ ਹੋਈ, ਖੂਨ ਦੇ ਤੁਪਕਿਆਂ ਵਿੱਚੋਂ ਵੀ ਅਨਲ ਹੱਕ, ਅਨਲ ਹੱਕ ਦੀ ਆਵਾਜ਼ ਸੁਣਾਈ ਦੇ ਰਹੀ ਹੈ ਮੁੱਲਾਂ ਨੂੰ। ਦੇਖ ਮੁੱਲਾ ਨੇ ਮਾਨ ਅਚੰਬਾ। ਉਹ ਮੁੱਲਾ ਬੜਾ ਹੈਰਾਨ ਹੋਇਆ ਵੀ ਇਹ ਤਾਂ ਮਰ ਕੇ ਵੀ ਅਨਲ ਹੱਕ ਕਰੀ ਜਾਂਦਾ, ਇਹਦੇ ਤਾਂ ਖੂਨ ਦੀਆਂ ਬੂੰਦਾਂ ਵੀ ਅਨਲ ਹੱਕ ਕਹੀ ਜਾਂਦੀਆਂ ਨੇ। ਮੁੱਲਾ ਵੇਖ ਕੇ ਹੈਰਾਨ ਹੋਇਆ। ਸੋ ਜਰਾਏ ਦੀ ਲਖੇ ਅਸੰਭਾ। ਕਹਿੰਦਾ ਹੁਣ ਤਾਂ ਇੱਕੋ ਹੀ ਰਾਹ ਹੈ ਵੀ ਇਹਨੂੰ ਅੱਗ ਦੇ ਵਿੱਚ ਸਾੜ ਕੇ ਖਤਮ ਕਰ ਦਿਓ, ਸਵਾਹ ਬਣਾ ਦਿਓ ਦੇ ਸਰੀਰ ਦੀ। ਕਹਿੰਦੇ ਉਹਦੇ ਤਨ ਦੇ ਉੱਤੇ ਇਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਤੇਲ ਵਗੈਰਾ ਪਾ ਕੇ ਉਹਦੇ ਤਨ ਨੂੰ, ਮਨਸੂਰ ਦੇ ਸਰੀਰ ਨੂੰ ਸਾੜ ਦਿੱਤਾ। ਜਿਤੀ ਭਸਮ ਹੋਈ ਤਨ ਕੇਰੀ। ਹੁਣ ਸਰੀਰ ਸੜ ਕੇ ਜਦੋਂ ਸਵਾਹ ਹੋ ਗਿਆ, ਹੁਣ ਸਰੀਰ ਦੀ ਜਿਹੜੀ ਸਵਾਹ ਪਈ ਸੀ ਜ਼ਮੀਨ ਤੇ, ਅਨਲ ਹੱਕ ਪੁਨ ਪੁਨ ਸੋ ਟੇਰੀ। ਕਹਿੰਦੇ ਉਸ ਸਵਾਹ ਵਿੱਚੋਂ ਵੀ ਆਵਾਜ਼ ਆ ਰਹੀ ਹੈ ਅਨਲ ਹੱਕ, ਅਨਲ ਹੱਕ। ਕਹਿੰਦੇ ਰੋਮ ਵਲਾਇਤ ਦੇਸ਼ ਵਿੱਚ ਇੱਕ ਮਨਸੂਰ ਸੀ ਜਿਹੜਾ ਸੂਲੀ ਚੜਿਆ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸੇ ਸੈਂਕੜੇ ਮਨਸੂਰ ਨੇ ਜਿਹੜੇ ਸੂਲੀਆਂ ਤੇ ਚਰਖੜੀਆਂ ਤੇ ਚੜੇ ਨੇ, ਔਰ ਆਪਣਾ ਧਰਮ, ਗੁਰੂ ਕੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਅੰਤਲੇ ਸਾਹਾਂ ਤੱਕ ਨਿਭਾਈ। ਸਤਿ ਸ੍ਰੀ ਅਕਾਲ। ਦੀਵਾਨ ਭਾਈ ਮਤੀ ਦਾਸ ਜੀ ਸਾਹਿਬ ਨੌਵੇਂ ਗੁਰਦੇਵ ਦੇ ਸਾਹਮਣੇ ਜਦੋਂ ਤਨ ਚੀਰਿਆ ਗਿਆ ਨਾ ਆਰੇ ਨਾਲ, ਦੋ ਹਿੱਸਿਆਂ 'ਚ ਸਰੀਰ ਵੰਡਿਆ ਗਿਆ, ਤੇ ਜਪਜੀ ਸਾਹਿਬ ਦਾ ਪਾਠ ਆਰੰਭਿਆ ਸੀ ਜਦੋਂ ਸਿਰ ਤੇ ਆਰਾ ਚੱਲਿਆ, ਤੇ ਜਦੋਂ ਸਾਰਾ ਸਰੀਰ ਦੋ ਹਿੱਸਿਆਂ ਵਿੱਚ
ਚੀਰ ਦਿੱਤਾ। ਉਦੋਂ ਤੱਕ ਪਾਠ ਹੋਇਆ ਸੀ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਇੱਥੇ ਤੱਕ ਪਾਠ ਪਹੁੰਚਿਆ ਸੀ ਜਪਜੀ ਸਾਹਿਬ ਦਾ। ਜਦੋਂ ਸਰੀਰ ਦੋ ਫਾੜ ਹੋ ਗਿਆ ਤੇ ਰਹਿੰਦੀ ਬਾਣੀ ਦੋ ਹਿੱਸਿਆਂ ਵਿੱਚੋਂ ਜਪਜੀ ਸਾਹਿਬ ਦੀ ਸੰਪੂਰਨ ਹੋਈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਤਾਂ ਭਾਈ ਮਤੀ ਦਾਸ ਜੀ ਨੇ ਆਪਣਾ ਸਰੀਰ ਸ਼ਾਂਤ ਕੀਤਾ। ਇਹ ਗੁਰੂ ਘਰ ਵਿੱਚ ਐਸੀ ਕਲਾ ਵਰਤੀ। ਸ਼ਹੀਦ ਭਾਈ ਮਨੀ ਸਿੰਘ ਜੀ, ਜਦੋਂ ਸਾਰਾ ਸਰੀਰ ਬੰਦ ਕੱਟਿਆ ਗਿਆ, ਸੁਖਮਣੀ ਸਾਹਿਬ ਦਾ ਪਾਠ ਚੱਲ ਰਿਹਾ ਸੀ। ਜਦੋਂ ਇਹ ਸ਼ਲੋਕ ਪੜ੍ਹ ਰਹੇ ਸਨ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹੋ ਲੱਛਣ ਬ੍ਰਹਮ ਗਿਆਨੀ ਹੋਏ। ਇੱਥੇ ਆ ਕੇ ਸਾਰਾ ਸਰੀਰ ਟੁਕੜੇ ਟੁਕੜੇ ਹੋ ਗਿਆ ਸੀ। ਔਰ ਮਹਾਂਪੁਰਸ਼ ਦੱਸਦੇ ਹੈ ਕਿ ਬਾਕੀ ਸੁਖਮਣੀ ਸਾਹਿਬ ਦੀ ਬਾਣੀ ਦਾ ਜਾਪ ਉਹਨਾਂ ਦੇ ਸਰੀਰ ਦੇ ਬੰਦ ਵਿੱਚੋਂ ਟੁਕੜੇ ਟੁਕੜੇ ਵਿੱਚੋਂ ਆਵਾਜ਼ ਆਉਂਦੀ। ਸੰਪੂਰਨ ਪਾਠ ਹੋਇਆ ਤੇ ਸਰੀਰ ਸ਼ਾਂਤ ਕੀਤਾ। ਉੱਥੇ ਤਾਂ ਇੱਕ ਮਨਸੂਰ ਸੀ, ਇੱਥੇ ਸੈਂਕੜੇ ਨੇ। ਕਹਿੰਦੇ ਮਨਸੂਰ ਦਾ ਜਦੋਂ ਸਰੀਰ ਸਾੜ ਕੇ ਸਵਾਹ ਕਰ ਦਿੱਤਾ ਨਾ, ਮੁੱਲਾ ਵੇਖ ਕੇ ਦੰਗ ਹੋ ਗਿਆ ਕਿ ਜਿਹੜੀ ਸਵਾਹ ਹੈ, ਸਵਾਹ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ, ਅਨਲ ਹਕ ਅਨਲ ਹਕ। ਕੱਚ ਸ਼ੀਸ਼ੇ ਮੈਂ ਸੋ ਤਿਨ ਪਾਈ। ਉਸ ਆਵਾਜ਼ ਨੂੰ ਸਦਾ ਲਈ ਬੰਦ ਕਰਨ ਲਈ ਮੁੱਲਾ ਨੇ ਉਹ ਜਿੰਨੀ ਸਵਾਹ ਸੀ, ਇੱਕ ਕੱਚ ਦੀ ਬਾਂਸਲੀ ਸੀ ਵੱਡੀ, ਉਸ ਕੱਚ ਦਾ ਬਾਂਸਲੀ ਜੀ ਲੈ ਕੇ ਉਹਦੇ ਵਿੱਚ ਉਹ ਸਾਰੀ ਸਵਾਹ ਪਾ ਕੇ ਉੱਤੋਂ ਬੰਦ ਕਰ ਦਿੱਤੀ। ਕਰ ਕੈ ਖਾਮ ਧਰੇ ਕਰ ਜਾਈ। ਉੱਤੋਂ ਖਾਮ ਕਹਿੰਦੇ ਆ ਬੰਦ ਕਰਕੇ, ਉਸ ਬਾਂਸਲੀ 'ਚ ਸਵਾਹ ਪਾ ਕੇ ਉੱਤੋਂ ਢੱਕ ਦਿੱਤੀ, ਬੰਦ ਕਰ ਦਿੱਤੀ। ਤੇ ਬੰਦ ਕਰਕੇ ਉਹ ਬਾਂਸਲੀ ਇਹਨੇ ਮੁੱਲਾ ਨੇ ਆਪਣੇ ਘਰ ਵਿੱਚ ਜਾ ਰੱਖੀ। ਕਰਿਓ ਕੈਦ ਐਸੇ ਮਨ ਜਾਨੀ। ਸੋਚਿਆ ਇਹਨੇ ਮੁੱਲਾ ਨੇ ਕਿ ਮੈਂ ਮਨਸੂਰ ਦੀ ਆਵਾਜ਼ ਨੂੰ ਇਸ ਬਾਂਸਲੀ ਵਿੱਚ ਕੈਦ ਕਰ ਲਿਆ। ਲੋਕਾਂ ਨੂੰ ਕਹਿੰਦਾ ਹੁਣ ਨਹੀਂ ਇਹਦੀ ਆਵਾਜ਼ ਆਉਂਦੀ, ਆਹ ਵੇਖੋ ਇਹਦੀ ਆਵਾਜ਼ ਬੰਦ ਕਰਕੇ ਕੈਦ ਕਰਕੇ ਮੈਂ ਆਪਣੇ ਘਰ ਲੈ ਚੱਲਿਆ। ਅਨਲ ਹੱਕ ਨੇ ਬੋਲੇ ਬਾਨੀ। ਹੁਣ ਨਹੀਂ ਇਹਦੇ ਚੋਂ ਅਨਲ ਹੱਕ ਦੀ ਆਵਾਜ਼ ਆਉਂਦੀ। ਕਹਿੰਦੇ ਵੇਖੋ ਕੋਈ ਆਉਂਦੀ ਹੈ। ਜਦੋਂ ਵਿੱਚ ਪਾ ਦਿੱਤੀ ਨਾ, ਸ਼ੀਸ਼ੇ ਦੀ ਕੱਚ ਦੀ ਉਹ ਬਾਂਸਲੀ ਸੀ, ਉਹਦੇ 'ਚ ਪਾ ਕੇ ਉੱਤੋਂ ਢੱਕਣ ਲਾ ਕੇ ਬੰਦ ਕਰ ਲਿਆ। ਕਹਿੰਦਾ ਵੇਖੋ ਹੁਣ ਨਹੀਂ ਆਵਾਜ਼ ਆਉਂਦੀ, ਮੈਂ ਇਹਦੀ ਆਵਾਜ਼ ਬੰਦ ਕਰ ਦਿੱਤੀ ਹੈ। ਕਿਤਕ ਕਾਲ ਜਬ ਬੀਤਿਓ ਮਜਾਰੀ। ਇਹਨੇ ਉਹ ਲਿਆ ਕੇ ਆਪਣੇ ਘਰ ਰੱਖ ਦਿੱਤੀ। ਕੁਝ ਕੁ ਸਮਾਂ ਬੀਤ ਗਿਆ। ਤੈਂ ਕੀ ਤਨਿਆ ਹੁਤੀ ਕੁਆਰੀ। ਕਹਿੰਦੇ ਮੁੱਲਾਂ ਦੀ ਘਰ ਦੇ ਵਿੱਚ ਇੱਕ ਲੜਕੀ ਸੀ, ਜਵਾਨ ਕੁਆਰੀ। ਲੈ ਸ਼ੀਸ਼ਾ ਮੁਖ ਖੋਲਨ ਕੀਨਾ। ਇੱਕ ਦਿਨ ਉਹ ਸਾਫ਼ ਸਫਾਈ ਕਰੀ ਜਾਵੇ ਘਰ ਵਿੱਚ ਤੇ ਉਹਦੀ ਨਿਗਾਹ ਉਸ ਸ਼ੀਸ਼ੇ ਦੀ ਉਸੇ ਬਾਂਸਲੀ ਤੇ ਪੈ ਗਈ। ਸੂੰਗੇ ਉਹ ਲਖਿਓ ਸੁਗੰਧ ਬਹੀਨਾ। ਉਹਨੇ ਉੱਤੋਂ ਢੱਕਣ ਲਾਇਆ ਤੇ ਵੇਖਿਆ ਸੁੰਘ ਕੇ ਵੀ ਇਹਦੇ 'ਚ ਕੀ ਰੱਖਿਆ। ਅੱਬਾ ਜਾਨ ਨੇ ਵੇਖਿਆ ਵੀ ਸੁਗੰਧੀ ਨਾ ਆਵੇ ਵਿੱਚੋਂ ਕਿਸੇ ਪ੍ਰਕਾਰ ਦੀ ਕੋਈ। ਕਾਢ ਬੀਚ ਤੇ ਮੁਖ ਮੈਂ ਪਾਈ। ਕਹਿੰਦੇ ਚੱਖ ਕੇ ਵੇਖਦੀਆਂ ਕੀ ਹੈ। ਕਹਿੰਦੇ ਉਹਨੇ ਉਹਦੇ ਵਿੱਚੋਂ ਥੋੜੀ ਜਿਹੀ ਉਹ ਸਵਾਹ ਕੱਢੀ ਤੇ ਜੀਭ ਤੇ ਰੱਖ ਕੇ ਖਾ ਕੇ ਵੇਖੀ। ਕਛੂ ਨਾ ਸਾਧ ਤਾਏ ਕੋ ਆਈ। ਉਹਦਾ ਕੋਈ ਸਵਾਦ ਨਾ ਆਇਆ। ਕਿਸੇ ਪ੍ਰਕਾਰ ਦਾ ਸਵਾਦ ਦਾ ਕੀ ਸਵਾਦ ਹੋਣਾ ਸੀ, ਕੋਈ ਸਵਾਦ ਪਤਾ ਨਾ ਲੱਗਾ। ਹਿਰਦੇ ਵਿਚਾਰਤ ਇਹ ਕਿਆ ਹੋਈ। ਮਨ ਹੀ ਮਨ ਸੋਚਦੀ ਆ ਖਬਰੇ ਕੀ ਚੀਜ਼ ਰੱਖੀ ਹੋਈ ਐ। ਸਾਧ ਸੁਗੰਧ ਨਾ ਜਿਸ ਮੈਂ ਕੋਈ। ਨਾ ਇਹਦਾ ਸਵਾਦ ਹੈ, ਨਾ ਕੋਈ ਇਹਦੀ ਸੁਗੰਧੀ ਦੁਰਗੰਧੀ ਹੈ। ਪਿਤਨੇ ਆਨ ਧਰੀ ਘਰ ਮਾਈ। ਪਤਾ ਨਹੀਂ ਅੱਬਾ ਜਾਨ ਨੇ ਕਿਉਂ ਲਿਆ ਕੇ ਘਰ ਵਿੱਚ ਰੱਖੀ ਹੋਈ ਐ ਸਾਂਭ ਕੇ। ਕਿਸੂ ਕਾਜ ਕੀ ਦੀਸਤ ਨਾਈ। ਇਹ ਤਾਂ ਕਿਸੇ ਕੰਮ ਦੀ ਦਿਸਦੀ ਨਹੀਂ, ਕਿਸੇ ਕੰਮ ਦੀ ਨਜ਼ਰ ਨਹੀਂ ਆਉਂਦੀ। ਤਬ ਤੇ ਹਮਲ ਰਿਓ ਤਿਸ ਤਾਈ। ਹੁਣ ਸੂਫੀ ਸੰਤ ਇਹ ਕਹਿੰਦੇ ਆ, ਜਿਹੜੇ ਸ਼ਮਸ ਤਬਰੇਜ਼ ਨੂੰ ਆਪਣਾ ਪੀਰ ਮੰਨਦੇ ਨੇ, ਮਨਸੂਰ ਨੂੰ ਆਪਣਾ ਪੀਰ ਮੰਨਦੇ ਨੇ, ਉਹਨਾਂ ਦੀ ਇਹ ਮਾਨਿਅਤਾ ਹੈ। ਉਹ ਇਹ ਕਹਿੰਦੇ ਆ, ਗੁਰੂ ਸਾਹਿਬ ਦੱਸ ਰਹੇ ਨੇ ਵੀ ਉਹ ਇਦਾਂ ਮੰਨਦੇ ਆ। ਉਹ ਇਹ ਕਹਿੰਦੇ ਆ ਕਿ ਉਸ ਵੇਲੇ ਉਸ ਕੁਆਰੀ ਕੰਨਿਆ ਨੇ ਜਦੋਂ ਸਵਾਹ ਖਾਧੀ
ਤੇ ਉਹਦੇ ਪੇਟ ਦੇ ਵਿੱਚ ਉਹ ਹਰਮ ਰਹਿ ਗਿਆ, ਯਾਨੀ ਕਿ ਉਹ ਗਰਭਧਾਰੀ ਹੋ ਗਈ। ਕੀਤਕ ਦਿਨ ਪੇ ਚਿਹਨ ਲਖਾਈ, ਕੁਝ ਦਿਨਾਂ ਦੇ ਵਿੱਚ ਉਸ ਲੜਕੀ ਦੇ ਚਿਹਨ ਨਜ਼ਰ ਆਉਣ ਲੱਗ ਪਏ। ਮਾਦਰ ਪਿਦਰ ਪਿਖਤ ਬਿਸਮਾਨੇ, ਮਾਂ ਤੇ ਪਿਓ ਨੇ ਜਦੋਂ ਵੇਖਿਆ ਤੇ ਵੇਖ ਕੇ ਮੁੱਲਾ ਵੀ ਹੈਰਾਨ ਹੋਇਆ। ਦੁਖ ਤਰ ਕੋ ਕੁਕਰਮ ਪਹਿਚਾਨੇ, ਉਹਨਾਂ ਸੋਚਿਆ ਵੀ ਸਾਡੀ ਲੜਕੀ ਨੇ ਕੋਈ ਕੁਕਰਮ ਕੀਤਾ। ਉਹ ਬੜੇ ਰੋਸ ਵਿੱਚ ਗੁੱਸੇ ਵਿੱਚ ਆਏ। ਚਿਤ ਮੈਂ ਚਿੰਤਾ ਬਦੀ ਵਿਸ਼ਾਲਾ, ਇਹਨੂੰ ਮਾਰਨ ਦੀ ਤਿਆਰੀ ਕਰਨ ਲੱਗੇ। ਮਨ 'ਚ ਬੜੀ ਚਿੰਤਾ ਉਸ ਮੁੱਲਾਂ ਦੇ ਬਣੀ ਹੋਈ। ਕਿਉਂ ਵਿਚਾਰ ਕੀਨੋ ਤੈਂ ਕਾਲਾ, ਉਹਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ ਮੁੱਲਾਂ ਨੇ। ਇਸ ਕੋ ਮਾਰਨ ਹੈ ਸ਼ੁਭ ਕਾਜਾ, ਸੋਚਦਾ ਰਾਤ ਦਾ ਵੇਲਾ ਸੀ, ਕਹਿੰਦਾ ਹੁਣ ਇਹਨੂੰ ਮਾਰ ਦੇਣਾ ਹੀ ਚੰਗਾ ਹੈ, ਨਹੀਂ ਤਾਂ ਬੇਇੱਜ਼ਤੀ ਹੋਵੇਗੀ, ਨਿਰਾਦਰ ਹੋਵੇਗਾ, ਅਪਮਾਨ ਹੋਵੇਗਾ। ਮੈਂ ਪ੍ਰਤਿਸ਼ਠਿਤ ਵਿਅਕਤੀ ਹਾਂ। ਉਸ ਵਕਤ ਇਹਨੇ ਸੋਚਿਆ ਕਿ ਇਹਨੂੰ ਮਾਰ ਦੇਣਾ ਹੀ ਉਚਿਤ ਹੈ। ਸਭ ਜਗ ਮੇਰੇ ਆਵਤ ਲਾਜਾ, ਤਾਂ ਮੇਰੀ ਲਾਜ ਸੰਸਾਰ ਵਿੱਚ ਰਹੇਗੀ। ਨਿਸਾ ਬਿਕੇ ਜਬ ਪਰ ਕੈ ਸੋਇਓ, ਰਾਤ ਨੂੰ ਜਦੋਂ ਮੁੱਲਾ ਇਹ ਸੋਚਦਾ ਸੁੱਤਾ, ਇਸ ਪ੍ਰਕਾਰ ਕੋ ਸੁਪਨੋ ਹੋਇਓ। ਰਾਤ ਨੂੰ ਸੁਪਨਾ ਆਇਆ ਮੁੱਲਾ ਨੂੰ। ਦੁਖ ਤਰ ਮਾਰਨ ਜੋ ਮਨ ਠਾਨੀ, ਸੁਪਨੇ ਵਿੱਚ ਇਹਨੂੰ ਆਵਾਜ਼ ਆਈ, ਓ ਮੁੱਲਾ ਪਾਪੀਆ, ਤੂੰ ਜੋ ਆਪਣੀ ਲੜਕੀ ਨੂੰ ਮਾਰਨ ਦਾ ਸੋਚਿਆ, ਇਹ ਬਿਦ ਤੋਏ ਹੋਏ ਦੁਖ ਦਾਨੀ। ਜੇ ਤਾਂ ਇਹਨੂੰ ਮਾਰਿਆ ਤੂੰ ਗਰਕ ਹੋ ਜਾਵੇਂਗਾ, ਤੇਰੇ ਤੇ ਬਹੁਤ ਵੱਡਾ ਭਾਰੀ ਕਸ਼ਟ ਆਵੇਗਾ, ਤੂੰ ਦੁਖੀ ਹੋਵੇਗਾ, ਨਾਸ਼ ਹੋਏ ਗੋ ਤੋਰ ਤਦਾਈ। ਤੇਰਾ ਸਰਬਨਾਸ਼ ਹੋ ਜਾਵੇਗਾ ਜੇ ਇਹਨੂੰ ਮਾਰਿਆ। ਨਾਏ ਤਜ ਦੇਓ ਇਸ ਮਤ ਤਾਈ, ਨਹੀਂ ਤਾਂ ਇਹਨੂੰ ਮਾਰਨ ਦਾ ਮਤ ਛੱਡ ਦੇ, ਖਿਆਲ ਛੱਡ ਦੇ। ਹਿਰਦੇ ਮੁਲਾਨੇ ਭੈ ਤਬ ਖਾਈ, ਮੁੱਲਾ ਇੱਕਦਮ ਡਰ ਗਿਆ, ਭੈ ਭੀਤ ਹੋ ਗਿਆ। ਰਾਖੀ ਦੁਖ ਤਰ ਸਦਨ ਦੁਰਾਈ, ਇਹਨੇ ਉਹ ਲੜਕੀ ਆਪਣੀ ਘਰ ਵਿੱਚ ਲੁਕਾ ਕੇ ਰੱਖ ਲਈ ਵੀ ਤੂੰ ਕਿਤੇ ਬਾਹਰ ਨਹੀਂ ਜਾਣਾ। ਭਇਓ ਮਾਸ ਨੋ ਜਨਮਿਓ ਬਾਲਕ, 9 ਮਹੀਨਿਆਂ ਦਾ ਸਮਾਂ ਬੀਤਿਆ ਤੇ ਉਸ ਲੜਕੀ ਨੇ ਇੱਕ ਬੱਚੇ ਨੂੰ, ਇੱਕ ਬਾਲਕ ਨੂੰ ਜਨਮ ਦਿੱਤਾ। ਲਿਓ ਮੁਲਾਨੇ ਕਰ ਤਤਕਾਲਕ, ਮੁੱਲਾ ਨੇ ਉਸੇ ਵੇਲੇ ਉਹ ਬੱਚਾ ਆਪਣੇ ਹੱਥਾਂ 'ਚ ਲਿਆ। ਇੱਕ ਮਟਕੇ ਕੇ ਭੀਤਰ ਡਾਰਾ, ਉਹਨੇ ਇੱਕ ਮਿੱਟੀ ਦਾ ਘੜਾ ਲਿਆ ਤੇ ਉਸ ਘੜੇ ਵਿੱਚ ਉਸ ਬੱਚੇ ਨੂੰ ਪਾ ਦਿੱਤਾ। ਬੂੰਦ ਬਹਾਇਓ ਨਦੀ ਮਝਾਰਾ, ਉੱਤੋਂ ਕਿਸੇ ਕੱਪੜੇ ਨਾਲ ਬੰਨ ਕੇ ਉਹ ਘੜਾ ਇਹਨੇ ਨਹਿਰ ਦੇ ਵਿੱਚ ਪਾ ਕੇ ਨਦੀ 'ਚ ਵਹਾ ਦਿੱਤਾ। ਗਾਜ਼ਰ ਹੁਤੋ ਤੀਰ ਪਰ ਬਾਰੀ, ਉਸੇ ਨਦੀ ਦੇ ਕੰਢੇ ਤੇ ਇੱਕ ਘਾਟ ਦੇ ਉੱਤੇ ਇੱਕ ਧੋਬੀ ਕੱਪੜੇ ਧੋ ਰਿਹਾ ਸੀ। ਲੀਏ ਨਿਕਾਸ ਤੈ ਖੋਲ ਨਿਹਾਰੀ, ਪਰਮੇਸ਼ਰ ਨੇ ਜਿਹਨੂੰ ਰੱਖਣਾ ਹੋਵੇ ਕੌਣ ਮਾਰੇ? ਅਕਾਲ ਪੁਰਖ ਨੇ ਰੱਖਣਾ ਸੀ ਉਸ ਬੱਚੇ ਨੂੰ, ਕਿਵੇਂ ਮਾਰ ਸਕਦਾ ਸੀ? ਕਹਿੰਦੇ ਰਾਜੇ ਗਜਪਤ ਸਿੰਘ ਦੇ ਘਰ ਇੱਕ ਲੜਕੀ ਨੇ ਜਨਮ ਲਿਆ, ਮਹਾਰਾਜਾ ਜੀਂਦ। ਉਹਨੇ ਆਖਿਆ ਧੀ ਜੰਮ ਪਈ, ਇਹਨੂੰ ਮਾਰ ਦਈਏ, ਪਾ ਕੇ ਘੜੇ ਦੇ ਵਿੱਚ ਤੇ ਲਈ ਜਾਵੇ ਵੀ ਇਹਨੂੰ ਦੱਬ ਕੇ ਮਾਰ ਦਿੰਨੇ ਆ। ਅੱਗੇ ਇੱਕ ਮਹਾਂਪੁਰਸ਼ ਮਿਲ ਗਏ, ਰਾਜੇ ਨੂੰ ਰੋਕਦੇ, ਕਹਿੰਦੇ ਰਾਜਾ ਕਿੱਧਰ ਚੱਲਿਆ? ਕਹਿੰਦਾ ਜੀ ਇਹ ਲੜਕੀ ਜੰਮ ਪਈ ਹੈ, ਇਹਨੂੰ ਦੱਬਣ ਚੱਲਿਆ। ਉਹ ਮਹਾਂਪੁਰਸ਼ ਦਾ ਨਾਮ ਸੀ ਬਾਬਾ ਗੁੱਦੜ ਸਿੰਘ ਜੀ। ਕਹਿਣ ਲੱਗੇ ਰਾਜਾ ਵਿਖਾ ਤਾਂ ਸਹੀ ਵੀ ਕਿਹੜਾ ਬੱਚਾ ਜਿਹਨੂੰ ਦੱਬਣ ਚੱਲਿਆ। ਕੀ ਵੇਖਿਆ? ਘੜੇ ਦਾ ਢੱਕਣ ਚੱਕ ਕੇ ਕਿ ਲੜਕੀ ਨੇ ਪੈਰ ਦਾ ਅੰਗੂਠਾ ਮੂੰਹ 'ਚ ਪਾਇਆ ਹੋਇਆ। ਉਹਦਾ ਮੱਥਾ ਵੇਖ ਕੇ ਬਾਬਾ ਗੁੱਦੜ ਸਿੰਘ ਕਹਿਣ ਲੱਗੇ, ਉਹ ਰਾਜਾ ਕਿੱਡਾ ਜ਼ੁਲਮ ਕਰਨ ਲੱਗਾ, ਕਿੱਡਾ ਵੱਡਾ ਪਾਪ ਕਰਨ ਲੱਗਾ, ਜਿਹਨੂੰ ਦੱਬਣ ਚੱਲਿਆ। ਇਹਦੀ ਕੁੱਖ ਤੋਂ ਸ਼ੇਰੇ ਪੰਜਾਬ ਨੇ ਜਨਮ ਲੈਣਾ। ਤੂੰ ਇਹਨੂੰ ਨਹੀਂ ਦੱਬਣ ਚੱਲਿਆ, ਸਿੱਖਾਂ ਦੇ ਰਾਜੇ ਨੂੰ ਦੱਬਣ ਚੱਲਿਆ। ਇਹਦੀ ਪਾਲਣਾ ਕਰ। ਉਸ ਲੜਕੀ ਦੀ ਕੁੱਖ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਸੀ। ਗੁਰੂ ਖਾਲਸਾ ਜੀ, ਜਿਹਨੂੰ ਪਰਮੇਸ਼ਰ ਨੇ ਰੱਖਣਾ ਹੋਵੇ, ਇਹਨੇ ਹੁਣ ਰੋੜ ਦਿੱਤਾ ਘੜੇ ਵਿੱਚ ਪਾ ਕੇ, ਧੋਬੀ ਦੇ ਹੱਥ ਲੱਗ ਗਿਆ। ਹਾਂਜੀ, ਜਬੇ ਬਿਲੋਕਿਓ ਅੰਤਰ ਕੋਦਕ, ਜਦੋਂ ਉਹਨੇ ਘੜੇ ਵਿੱਚ ਬੱਚਾ ਵੇਖਿਆ ਧੋਬੀ ਨੇ, ਲੀਨ ਉਚਾਏ ਤਾਂ ਉਰ ਮੋਦਕ, ਉਹਨੇ ਵਿੱਚੋਂ ਬੱਚਾ ਕੱਢ ਕੇ ਗਲ ਨਾਲ ਲਾਇਆ, ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਖਾਨੇ ਆਨ ਪਾਰ ਨਾ ਕੀਨੋ, ਧੋਬੀ ਉਸ ਬੱਚੇ ਨੂੰ ਘਰ ਲੈ ਆਇਆ ਤੇ ਘਰ ਲਿਆ ਕੇ ਉਸ ਬੱਚੇ ਦੀ ਪਾਲਣਾ ਕੀਤੀ। ਸ਼ਮਸ ਤਬਰੇਜ ਨਾਮ ਧਰ ਲੀਨੋ, ਉਸ ਬੱਚੇ ਦਾ ਨਾਮ ਉਸ ਧੋਬੀ ਨੇ ਰੱਖਿਆ ਸ਼ਮਸ ਤਬਰੇਜ਼।
ਜਿਹੜਾ ਮਨਸੂਰ ਦੀ ਖਾਕ ਤੋਂ ਪੈਦਾ ਹੋਇਆ, ਉਹਦੇ ਸਰੀਰ ਦੀ ਸਵਾਹ ਤੋਂ ਪੈਦਾ ਹੋਇਆ। ਇਹ ਸੂਫੀ ਸੰਤਾਂ ਦਾ ਮੰਨਣਾ। ਉਹਦਾ ਨਾਮ ਫਿਰ ਧੋਬੀ ਨੇ ਰੱਖਿਆ ਸੀ ਸ਼ਮਸ ਤਬਰੇਜ਼। ਕਿਤਕ ਬਰਖ ਮੈਂ ਭਇਓ ਬਡੇਰਾ, ਕੁਝ ਸਾਲਾਂ ਵਿੱਚ ਉਹ ਬੱਚਾ ਵੱਡਾ ਹੋਇਆ। ਜੈ ਮਸਤਾਨੋ ਤੋਰ ਕਨੇਰੋ, ਹੁਣ ਉਸ ਬੱਚੇ ਦੇ ਤੌਰ ਤਰੀਕੇ ਮਸਤਾਨੇ ਨੇ, ਆਮ ਬੱਚਿਆਂ ਵਰਗੇ ਨਹੀਂ। ਆਮ ਬੱਚਿਆਂ ਨਾਲੋਂ ਨਿਰਾਲਾ ਬੱਚਾ ਹੈ, ਤੌਰ ਤਰੀਕੇ ਬੜੇ ਮਸਤਾਨੇ ਦੀਵਾਨੇ ਨੇ। ਤੈ ਮੁੱਲਾ ਕੀ ਮਕਤਬ ਜੋਈ, ਇਹਦਾ ਨਾਨਾ ਮੁੱਲਾ, ਜਿਹੜੀ ਮਕਤਬ ਦੇ ਵਿੱਚ ਮੁੱਲਾ ਪੜਾਉਂਦੇ ਸੀ ਨਾ ਪੁਰਾਣੇ ਸਮਿਆਂ 'ਚ, ਮੁੱਲਾਂ ਦਾ ਕੰਮ ਹੁੰਦਾ ਸੀ ਪੜਾਉਣਾ। ਜਿਹੜੇ ਮਕਤਬ ਦੇ ਵਿੱਚ ਮੁੱਲਾ ਇਹਦਾ ਨਾਨਾ ਪੜਾਉਂਦਾ ਸੀ। ਇੱਕ ਦਿਨ ਮੈਂ ਪਹੁੰਚਿਓ ਚੱਲ ਸੋਈ, ਸ਼ਮਸ ਤਬਰੇਜ਼ ਮਸਤੀ ਦੇ ਰੰਗ 'ਚ ਰੰਗਿਆ, ਟਹਿਲਦਾ ਆਪਣੇ ਨਾਨੇ ਦੇ ਉਸੇ ਮਕਤਬ ਦੇ ਵਿੱਚ ਆ ਗਿਆ। ਬਾਲਕ ਮਿਲੇ ਬ੍ਰਿੰਦ ਤੈ ਥਾਨਾ, ਉੱਥੇ ਬੜੇ ਬੱਚੇ ਇਕੱਠੇ ਹੋ ਕੇ ਫਾਰਸੀ ਪੜ੍ਹਨ ਲਈ ਬੈਠੇ ਸਨ। ਪੜ੍ਹੇ ਸਬਕ ਕਿਤਾਬ ਕੁਰਾਨਾ, ਉਹ ਕੁਰਾਨ ਪੜ੍ਹ ਰਹੇ ਨੇ, ਸਬਕ ਲੈ ਰਹੇ ਨੇ। ਤੈ ਛਿਨ ਤਹਾਂ ਮੁਲਾਨਾ ਨਾਈ, ਮੁੱਲਾ ਉੱਥੇ ਨਹੀਂ ਸੀ ਉਸ ਵਕਤ। ਉਹ ਬੱਚਿਆਂ ਨੂੰ ਸਬਕ ਦੇ ਕੇ ਕਿਤੇ ਆਸੇ-ਪਾਸੇ ਗਿਆ ਹੋਇਆ ਸੀ। ਕੱਲੇ ਬੱਚੇ ਉੱਥੇ ਬੈਠੇ ਹੋਏ ਸਨ। ਗਇਓ ਹੋ ਤੋ ਆਪਣੇ ਘਰ ਮਾਈ, ਮੁੱਲਾ ਆਪਣੇ ਘਰ ਗਿਆ ਹੋਇਆ ਸੀ। ਲੈ ਕਿਤਾਬ ਸਭ ਕੀ ਬਰਿਆਈ, ਸ਼ਮਸ ਤਬਰੇਜ਼ ਗਿਆ ਤੇ ਜਿੰਨਿਆਂ ਨੇ ਕਿਤਾਬਾਂ ਫੜੀਆਂ ਸੀ ਬੱਚਿਆਂ ਨੇ, ਸਾਰਿਆਂ ਕੋਲੋਂ ਕਿਤਾਬਾਂ ਖੋਹ ਲਈਆਂ। ਵੱਡਾ ਸੀ ਸਾਰਿਆਂ ਤੋਂ, ਛੋਟੇ ਸੀ ਬੱਚੇ। ਇਹਨੇ ਉਹਨਾਂ ਸਾਰਿਆਂ ਤੋਂ ਕਿਤਾਬਾਂ ਖੋਹ ਲਈਆਂ। ਆਏ ਹੋਜ਼ ਮੈਂ ਦੀਨ ਬਗਾਈ, ਲੱਗ ਗਈ ਉੱਥੇ ਪਾਣੀ ਦਾ ਇੱਕ ਚਬੱਚਾ ਸੀ ਜਿੱਥੇ ਵੁਜੂ ਕਰਦੇ ਸੀ ਸਾਰੇ, ਕਿਉਂਕਿ ਬੱਚਿਆਂ ਨੂੰ ਜਦੋਂ ਕੁਰਾਨ ਦਾ ਸਬਕ ਦਿੰਦੇ ਪਹਿਲਾਂ ਉਹਨਾਂ ਨੂੰ ਵੁਜੂ ਕਰਾਉਂਦੇ ਸੀ। ਤੇ ਜਿਹੜਾ ਚਬੱਚਾ ਸੀ ਨਾ ਪਾਣੀ ਦਾ, ਉੱਥੇ ਆ ਕੇ ਉਹਨੇ ਸਾਰੇ ਬੱਚਿਆਂ ਦੇ ਉਹ ਕੁਰਾਨ ਜਿਨ੍ਹਾਂ ਨੇ ਫੜੇ ਹੋਏ ਸੀ ਲਿਆ ਕੇ ਉਹ ਚਬੱਚੇ ਦੇ ਵਿੱਚ ਪਾਣੀ 'ਚ ਸੁੱਟ ਦਿੱਤੇ। ਤਬਈ ਪਇਓ ਸ਼ਿਸ਼ਨ ਮੈਂ ਰੋਰਾ, ਬੱਚਿਆਂ 'ਚ ਹਾਹਾਕਾਰ ਮਚ ਗਈ, ਇੱਕਦਮ ਰੌਲਾ ਪੈ ਗਿਆ ਵੀ ਇਹਨੇ ਸਾਡੀਆਂ ਕਿਤਾਬਾਂ ਜਿਹੜੀਆਂ ਨੇ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤੀਆਂ। ਅਯੋ ਮੁਲਾਨਾ ਘਰ ਤੇ ਦੋਰਾ, ਤੇ ਉਧਰ ਮੁੱਲਾ ਨੂੰ ਪਤਾ ਲੱਗਾ, ਉਹ ਭੱਜ ਕੇ ਆਪਣੇ ਮਕਤਬ ਦੇ ਵਿੱਚ, ਆਪਣੇ ਸਕੂਲ ਵਿੱਚ ਆਇਆ। ਗਹਿਨ ਹਿਤ ਪਾਛੇ ਤੈ ਤਾਈ, ਉਸ ਵੇਲੇ ਉਹਨੂੰ ਦੱਸਣ ਵਾਸਤੇ ਪਹਿਲਾਂ ਗਏ ਸੀ ਬੱਚੇ ਵੀ ਮੁੱਲਾ ਜੀ ਆਹ ਕੰਮ ਹੋ ਗਿਆ। ਗਇਓ ਨ ਜਾਤ ਰਹੀ ਪਛਤਾਈ, ਤੇ ਕਹਿੰਦੇ ਸ਼ਮਸ ਤਬਰੇਜ਼ ਉੱਥੋਂ ਕਿਤੇ ਸੱਜੇ ਖੱਬੇ ਹੋ ਗਿਆ ਤੇ ਪਛਤਾਵਾ ਕਰੀ ਜਾਣ ਵੀ ਫੜਿਆ ਨਹੀਂ ਗਿਆ। ਹੋਜ਼ ਸਮੀਪ ਗਇਓ ਚੱਲ ਤਬਈ, ਕਹਿੰਦੇ ਹੋਜ ਦੇ ਨੇੜੇ ਗਏ, ਯਾਨੀ ਕਿ ਉਹ ਚਬੱਚੇ ਦੇ ਨੇੜੇ ਗਏ। ਲਈ ਨਿਕਾਸ ਕਿਤਾਬੇ ਸਬਈ, ਕਹਿੰਦੇ ਜਾ ਕੇ ਉਹ ਸਾਰੀਆਂ ਕਿਤਾਬਾਂ ਜਦੋਂ ਚਬੱਚੇ ਚੋਂ ਬਾਹਰ ਕੱਢੀਆਂ, ਕਰ ਸੋਂ ਝਾਰਤ ਗਰਦ ਉਡਾਈ, ਕਹਿੰਦੇ ਹੱਥ ਨਾਲ ਝਾੜੀਆਂ ਤੇ ਉਹਨਾਂ ਵਿੱਚੋਂ ਗਰਦਾ ਉੱਡੇ, ਪਾਣੀ ਉਹਨਾਂ ਨੂੰ ਲੱਗਾ ਹੀ ਨਹੀਂ ਕਿਤਾਬਾਂ ਨੂੰ। ਇਹੋ ਜੀ ਕਰਾਮਾਤ ਸ਼ਮਸ ਤਬਰੇਜ਼ ਨੇ ਉੱਥੇ ਵਿਖਾਈ। ਇਹ ਅਜ਼ਮਤ ਤੈ ਦੀਨ ਦਿਖਾਈ, ਇਹ ਪ੍ਰਤੱਖ ਕਰਾਮਾਤ ਸ਼ਮਸ ਤਬਰੇਜ਼ ਨੇ ਉੱਥੇ ਵਿਖਾਈ। ਇਉਂ ਬਿਲੋਕ ਮੁੱਲਾ ਬਿਸਮਾਨਾ, ਮੁੱਲਾ ਜਿਹੜਾ ਸੀ ਉਹ ਵੇਖ ਕੇ ਹੈਰਾਨ ਹੋਇਆ ਵੀ ਇਹ ਕਿਵੇਂ ਹੋ ਸਕਦਾ ਹੈ, ਪਾਣੀ ਵਿੱਚ ਸੁੱਟੀਆਂ ਹੋਣ ਕਿਤਾਬਾਂ ਤੇ ਭਿੱਜਣ ਨਾ, ਬਾਹਰ ਕੱਢਣ ਤੇ ਸੁੱਕੀਆਂ ਦੀਆਂ ਸੁੱਕੀਆਂ ਤੇ ਉਹਨਾਂ ਚੋਂ ਘੱਟਾ ਝੜ ਰਿਹਾ ਹੈ। ਅਜ਼ਮਤਵਾਨ ਮਹਾਨ ਪਛਾਨਾ, ਮੁੱਲਾ ਨੇ ਪਛਾਣ ਲਿਆ ਕਿ ਇਹ ਜਿਹੜਾ ਬਾਲਕ ਸ਼ਮਸ ਤਬਰੇਜ਼ ਆਇਆ, ਇਹ ਕੋਈ ਸਧਾਰਨ ਬਾਲਕ ਨਹੀਂ, ਕੋਈ ਮਹਾਨ ਸੰਤ ਹੈ, ਕੋਈ ਮਹਾਨ ਫਕੀਰ ਹੈ। ਆਪ ਕਿਤਾਬੇ ਪਰਸਿਓ ਨਾਈ, ਕਹਿੰਦੇ ਆਪ ਫਾਰਸੀ ਚ ਕਹਿੰਦੇ ਆ ਪਾਣੀ ਨੂੰ, ਕਹਿੰਦੇ ਪਾਣੀ ਪਰਸਿਆ ਤੱਕ ਵੀ ਨਹੀਂ। ਬਹੁਰ ਧੂਰ ਝਾਰਨ ਤਿਨ ਮਾਈ, ਕਹਿੰਦੇ ਸਗੋਂ ਇਹਨਾਂ ਚੋਂ ਧੂੜ ਝਾੜ ਕੇ ਲੈ ਰਹੀ ਹੈ। ਮੁਰਸ਼ਿਦ ਜਾਨ ਪਰਿਓ ਤਬ ਪਾਈ, ਮੁੱਲਾ ਨੇ ਸ਼ਮਸ ਤਬਰੇਜ਼ ਨੂੰ ਆਪਣਾ ਮੁਰਸ਼ਿਦ ਮੰਨ ਲਿਆ। ਕਹਿਣ ਲੱਗਾ, ਐ ਸ਼ਮਸ ਤਬਰੇਜ਼, ਅੱਜ ਤੋਂ ਬਾਅਦ ਮੈਂ ਤੈਨੂੰ ਆਪਣਾ ਮੁਰਸ਼ਿਦ ਮੰਨਦਾ। ਮੁਰਸ਼ਿਦ ਕਹਿੰਦੇ ਨੇ ਗੁਰੂ ਨੂੰ, ਆਪਾਂ ਗੁਰੂ ਕਹਿ ਦਿੰਦੇ, ਉਹ ਕਹਿ ਦਿੰਦੇ ਨੇ ਮੁਰਸ਼ਿਦ। ਇਹਨੇ ਸ਼ਮਸ ਤਬਰੇਜ਼ ਨੂੰ ਮੁੱਲਾ ਨੇ ਆਪਣਾ ਮੁਰਸ਼ਿਦ ਮੰਨ ਲਿਆ। ਕਹਿ ਖੁਦਾਏ ਮਗ ਦਿਓ ਬਤਲਾਈ, ਕਹਿਣ ਲੱਗਾ ਮੈਂ ਤੇਰਾ ਮੁਰੀਦ ਹਾਂ, ਤੂੰ ਮੇਰਾ ਮੁਰਸ਼ਿਦ ਹੈ। ਐ ਮੁਰਸ਼ਿਦ, ਮੈਨੂੰ ਖੁਦਾ ਦੇ ਘਰ ਦਾ ਰਾਹ ਦੱਸ। ਮੁੱਲਾ ਪੁੱਛਦਾ ਉਹਨੂੰ, ਨਹੀਂ ਪਤਾ ਵੀ ਇਹ ਮੇਰਾ ਦੋਤਰਾ ਹੈ, ਇਹ ਉਹੀ ਹੈ ਜਿਹਨੂੰ ਮੈਂ ਫਾਂਸੀ ਚਾੜ ਕੇ ਮਾਰਿਆ, ਸੂਲੀ ਚਾੜ ਕੇ ਮਾਰਿਆ ਸੀ, ਉਸੇ ਦਾ ਦੂਸਰਾ ਜਨਮ ਹੈ। ਇਹ ਨਹੀਂ ਸੀ ਜਾਣਦਾ।
ਕਹਿਣ ਲੱਗਾ ਤੂੰ ਮੇਰਾ ਮੁਰਸ਼ਦ ਹੈ ਔਰ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਮੈਨੂੰ ਖੁਦਾ ਦੇ ਘਰ ਦਾ ਮਾਰਗ ਦੱਸ। ਕਯੋ ਸ਼ਮਸ ਜੇ ਅਸਮਨ ਤੇਰੇ। ਇਹ ਸੁਣ ਕੇ ਸ਼ਮਸ ਤਬਰੇਜ਼ ਬੋਲਿਆ, ਕਹਿੰਦਾ ਮੁੱਲਾ ਮੇਰਾ ਚੇਲਾ ਬਣਨ ਵਾਸਤੇ ਪਹਿਲਾਂ ਮੇਰੀ ਕਸਵੱਟੀ ਤੇ ਖਰਾ ਉਤਰਨਾ ਪਵੇਗਾ, ਮੰਨੇਗਾ ਜੋ ਕਹਾਂਗਾ? ਹਾਂਜੀ। ਆਇਸ ਮੁਰਮਾਨੋ ਬਿਨ ਦੇਰੇ। ਜੇ ਮੇਰਾ ਚੇਲਾ ਬਣਨਾ, ਜੇ ਤੂੰ ਖੁਦਾ ਦੇ ਘਰ ਦਾ ਮਾਰਗ ਪੁੱਛਣਾ ਤੇ ਫਿਰ ਬਿਨਾਂ ਦੇਰੀ ਤੂੰ ਮੇਰੀ ਆਗਿਆ ਮੰਨ ਜੋ ਮੈਂ ਤੈਨੂੰ ਕਹਾਂ। ਆਨ ਸ਼ਰਾਬ ਪਿਆਓ ਮੁਝ ਤਾਈ। ਹੁਣ ਮੁੱਲਾ ਵਾਸਤੇ ਸ਼ਰਾਬ ਹਰਾਮ ਹੁੰਦੀ ਹੈ। ਕਹਿਣ ਲੱਗਾ ਵੀ ਇੱਕ ਕੰਮ ਕਰ, ਜਾ ਕੇ ਪਹਿਲਾਂ ਤਾਂ ਮੇਰੇ ਲਈ ਸ਼ਰਾਬ ਲੈ ਕੇ ਆ। ਹਾਂਜੀ। ਨਿਜ ਦੁਖ ਤਰ ਦਿਓ ਸੰਗ ਪਾਈ। ਫਿਰ ਸ਼ਰਾਬ ਲਿਆ ਤੇ ਆਪਣੀ ਲੜਕੀ ਨੂੰ ਲਿਆ ਕੇ ਇੱਥੇ ਮੇਰੇ ਕੋਲ ਭੇਟ ਕਰ। ਸੁਨਤ ਮੁਲਾ ਨਾ ਡੋਲਿਓ ਨਾਈ। ਇਹ ਸੁਣ ਕੇ ਮੁੱਲਾ ਡੋਲਿਆ ਨਹੀਂ, ਮਨ ਉਹਦਾ ਅਡੋਲ ਰਿਹਾ ਵੀ ਮੇਰਾ ਮੁਰਸ਼ਦ ਹੈ, ਹੁਣ ਇਹ ਜੋ ਕਹੇਗਾ ਮੇਰਾ ਕਰਤੱਵ ਹੈ ਮੈਂ ਉਹਨੂੰ ਮੰਨਾਂ। ਮੁੱਲਾ ਨਹੀਂ ਡੋਲਿਆ, ਘਰ ਗਿਆ। ਲੇ ਗਮਨਿਓ ਆਪਣੀ ਘਰ ਮਾਈ। ਔਰ ਸ਼ਮਸ ਤਬਰੇਜ਼ ਨੂੰ ਆਪਣੇ ਘਰ ਨਾਲ ਲੈ ਕੇ ਗਿਆ। ਮੰਚ ਡਸਾਏ ਬਿਠਾਏ ਸਪ੍ਰੀਤੀ। ਪਲੰਗਾ ਢਾ ਕੇ ਬੜੇ ਪ੍ਰੇਮ ਨਾਲ ਮੁੱਲਾ ਨੇ ਸ਼ਮਸ ਤਬਰੇਜ਼ ਨੂੰ ਬਿਠਾਇਆ। ਆਪੇ ਆਨ ਸੁਰਾ ਤਬ ਦੀਤੀ। ਔਰ ਲਿਆ ਕੇ ਸ਼ਰਾਬ ਇਹਦੇ ਅੱਗੇ ਰੱਖੀ। ਨਿਜ ਦੁਖ ਤਰ ਤੈ ਨਿਕਟ ਪਠਾਈ। ਔਰ ਆਪਣੀ ਲੜਕੀ ਨੂੰ ਇਹਦੇ ਕੋਲ ਭੇਜਿਆ। ਘਰ ਕਪਾਟ ਦੇ ਕੁਲਪ ਲਗਾਈ। ਔਰ ਦਰਵਾਜ਼ਾ ਬੰਦ ਕਰਕੇ ਬਾਹਰੋਂ ਮੁੱਲਾ ਨੇ ਤਾਲਾ ਲਾ ਦਿੱਤਾ। ਤਬੇ ਸ਼ਮਸ ਨਿਜ ਮਾਤ ਸੰਘਾਰੇ। ਹੁਣ ਸ਼ਮਸ ਤਬਰੇਜ਼ ਦੀ ਉਹ ਮਾਂ ਸੀ ਜਿਹੜੀ ਲੜਕੀ ਆਈ ਕਾਇਦੀ ਮੁੱਲਾ ਦੀ, ਆਪਣੀ ਮਾਤਾ ਨੂੰ ਵੇਖਿਆ ਸ਼ਮਸ ਤਬਰੇਜ਼ ਨੇ। ਆਪਨ ਸਰਬ ਪ੍ਰਸੰਗ ਉਚਾਰੇ। ਉਹਨੇ ਆਪਣਾ ਸਾਰਾ ਪ੍ਰਸੰਗ ਦੱਸਿਆ। ਮਾਂ ਮੈਂ ਤੇਰਾ ਪੁੱਤ ਹਾਂ, ਤੇਰੀ ਕੁੱਖ ਤੋਂ ਤੇਰੇ ਉਦਰ ਤੋਂ ਜਨਮਿਆ ਹਾਂ। ਤੋਰ ਗਰਭ ਤੇ ਜਨਮਿਆ ਮਾਰਾ। ਤੇਰੇ ਗਰਭ ਤੋਂ ਮੇਰਾ ਜਨਮ ਹੋਇਆ। ਜਾਣ ਗਈ ਸੋ ਸਗਰੀ ਬਾਤਾ। ਇੱਕਦਮ ਉਹ ਸਾਰਾ ਕੁਝ ਜਾਣ ਗਈ, ਸਮਝ ਗਈ ਲੈ ਜਿਉ ਬਾਲਕ ਪਿਤ ਮੇਰਾ। ਕਿ ਜਿਹੜਾ ਬੱਚਾ ਮੇਰਾ ਪਿਓ ਲੈ ਗਿਆ ਸੀ ਘੜੇ ਵਿੱਚ ਪਾ ਕੇ ਮਾਰਨ ਲਈ, ਰੋੜਨ ਲਈ, ਸਰਤਾ ਬਿਕੇ ਜਾਏ ਤਿਨ ਗੇਰਾ। ਜਿਹੜਾ ਬੱਚਾ ਉਹਨੇ ਨਹਿਰ ਵਿੱਚ ਨਦੀ 'ਚ ਰੋੜ ਦਿੱਤਾ ਸੀ, ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ ਆ, ਉਹਨੂੰ ਰੱਖ ਲਿਆ। ਸੋ ਕਿਨ ਪਾਰਿਓ ਕੀਨ ਬਡੇਰਾ। ਵੀ ਇਹਨੂੰ ਕਿਸੇ ਨੇ ਪਾਲ ਕੇ ਵੱਡਿਆਂ ਕੀਤਾ। ਸ਼ਮਸ ਕਹਿਓ ਮੈਂ ਜਾਵਾਂ ਅਬਈ। ਸ਼ਮਸ ਤਬਰੇਜ਼ ਨੇ ਆਖਿਆ ਮਾਤਾ ਮੈਂ ਤੇਰੇ ਦੁੱਧ ਨੂੰ ਪਾਨ ਨਹੀਂ ਕੀਤਾ, ਮੈਂ ਤੇਰਾ ਬਾਲਕ ਹਾਂ, ਤੇਰੇ ਉਦਰ ਤੋਂ ਹੀ ਜਨਮਿਆ ਹਾਂ, ਤੇ ਹੁਣ ਮੈਂ ਆਪਣੀ ਸਾਰੀ ਭੇਦ ਦੀ ਗੱਲ ਤੈਨੂੰ ਦੱਸ ਦਿੱਤੀ ਹੈ ਤੇ ਮੈਂ ਹੁਣ ਇੱਥੋਂ ਜਾਣ ਲੱਗਾ ਹਾਂ। ਤਾ ਪਿਤ ਬੂਜਨ ਲਾਗੇ ਜਬਈ। ਤੇਰਾ ਪਿਤਾ ਆਵੇਗਾ ਸਵੇਰੇ, ਉਹ ਜਦੋਂ ਆ ਕੇ ਤੈਨੂੰ ਪੁੱਛੇ ਤੈਂ ਕੋ ਇਸ ਬਿਦ ਦਿਓ ਬਤਾਏ। ਉਹਨੂੰ ਤੂੰ ਇਹ ਸਾਰਾ ਕੁਝ ਦੱਸ ਦੇਵੇਂ। ਗਇਓ ਅਬੇਸੋ ਅਮ ਕੀ ਥਾਏ। ਉਹਨੇ ਟਿਕਾਣਾ ਦੱਸਿਆ ਸ਼ਮਸ ਤਬਰੇਜ਼ ਨੇ ਵੀ ਜਦੋਂ ਉਹ ਪੁੱਛੇ ਵੀ ਕਿੱਥੇ ਹੈ ਤੇ ਉਹਨੂੰ ਦੱਸ ਦੇ ਵੀ ਮੈਂ ਫਲਾਣੀ ਜਗ੍ਹਾ ਤੇ ਬੈਠਾ, ਉੱਥੇ ਉਹਨੂੰ ਮਿਲਾਂਗਾ। ਤੂੰ ਬੂਝਿਓ ਕੁਛ ਚਹਿਤ ਜਿਤਾਹੂੰ। ਤੇ ਹੋਰ ਜੇ ਤੂੰ ਕੁਝ ਪੁੱਛਣਾ ਚਾਹੁੰਦਾ ਆਪਣੇ ਪਿਤਾ ਨੂੰ ਕਹੀਂ ਵੀ ਜੇ ਉਹ ਕੁਝ ਪੁੱਛਣਾ ਚਾਹੁੰਦਾ ਹੈ ਮਿਲੋ ਜਾਏ ਤੈਂ ਥਲ ਕੇ ਮਾਂ। ਤੇ ਉਹ ਫਲਾਣੀ ਜਗ੍ਹਾ ਤੇ ਆ ਜਾਵੇ, ਉੱਥੇ ਮੈਂ ਉਹਨੂੰ ਮਿਲਾਂਗਾ ਔਰ ਉਹਨੂੰ ਫਲ ਦੱਸਾਂਗਾ। ਨਿਕਸ ਗਿਓ ਤਬ ਵੈਰ ਪਧਾਰਾ। ਇਹ ਕਹਿ ਕੇ ਸ਼ਮਸ ਤਬਰੇਜ਼ ਉੱਥੋਂ ਨਿਕਲ ਕੇ ਚਲਾ ਗਿਆ। ਕੁਲ ਫਰਿਓ ਲਾਗਿਓ ਤਿਸ ਬਾਰਾ। ਦਰਵਾਜ਼ਾ ਵੀ ਬੰਦ ਆ, ਤਾਲਾ ਵੀ ਬੰਦ ਆ, ਬੰਦ ਤਾਲੇ ਵਿੱਚੋਂ ਹੀ ਨਿਕਲ ਗਿਆ। ਤੇ ਉੱਥੋਂ ਨਿਕਲ ਕੇ ਸ਼ਮਸ ਤਬਰੇਜ਼ ਬਾਹਰ ਨਗਰ ਦੇ ਕਿਨਾਰੇ ਤੇ ਜਾ ਬੈਠਾ। ਦਿਨ ਚੜ ਆਨ ਮੁਲਾਨੇ ਖੋਲਾ। ਰਾਤ ਬੀਤ ਗਈ, ਜਦੋਂ ਸਵੇਰ ਹੋਈ ਮੁਲਾਣੇ ਨੇ ਆ ਕੇ ਦਰਵਾਜ਼ਾ ਖੋਲਿਆ, ਤਾਲਾ ਖੋਲਿਆ। ਨਿਜ ਦੁਖਤਰ ਕੋ ਦੇਖਤ ਬੋਲਾ। ਇਹਨੇ ਆਪਣੀ ਦੁਖਤਰ ਵੇਖੀ। ਦੁਖਤਰ ਕਹਿੰਦੇ ਨੇ ਫਾਰਸੀ 'ਚ ਲੜਕੀ ਨੂੰ। ਇਹਨੇ ਆਪਣੀ ਲੜਕੀ ਨੂੰ ਅੰਦਰ ਬੈਠਿਆਂ ਵੇਖਿਆ ਤੇ ਸ਼ਮਸ ਤਬਰੇਜ਼ ਨਹੀਂ ਉੱਥੇ।
ਇਹ ਪੁੱਛਣ ਲੱਗਾ। ਕਹਾਂ ਗਇਓ ਜੋ ਹੁਤੋ ਨਿਸਮਾਈ। ਕਹਿਣ ਲੱਗਾ ਬੇਟੀ ਜਿਹੜਾ ਰਾਤ ਨੂੰ ਇੱਥੇ ਫਕੀਰ ਸੀ ਉਹ ਕਿੱਥੇ ਗਿਆ? ਫਿਰੇ ਕਪਾਟ ਖੁੱਲੇ ਏਉ ਨਾਈ। ਦਰਵਾਜ਼ਾ ਤਾਂ ਬੰਦ ਸੀ, ਤਾਲਾ ਲੱਗਾ ਹੋਇਆ ਸੀ, ਉਹ ਕਿਵੇਂ ਜਾ ਸਕਦਾ ਹੈ? ਤਿਸਨੇ ਸਰਬ ਬਾਤ ਸਮਝਾਈ। ਲੜਕੀ ਨੇ ਆਪਣੇ ਪਿਓ ਨੂੰ ਸਾਰੀ ਗੱਲ ਦੱਸੀ। ਜਾਏ ਮਿਲੋ ਹੋਵੇ ਤਿਸ ਥਾਈ। ਕਹਿਣ ਲੱਗੇ ਅੱਬਾ ਉਹ ਮੇਰਾ ਪੁੱਤਰ ਸੀ, ਤੇਰਾ ਦੋਤਾ ਹੈ, ਤੇ ਉਹ ਮੈਨੂੰ ਸਾਰਾ ਭੇਤ ਦੱਸ ਗਿਆ। ਤੈਂ ਜੇ ਮਿਲਣਾ ਤੇ ਨਗਰ ਦੇ ਬਾਹਰ ਇੱਕ ਟਿਕਾਣੇ ਤੇ ਬੈਠਾ, ਉੱਥੇ ਜਾ ਕੇ ਉਹਨੂੰ ਮਿਲ। ਸੁਣ ਕੇ ਤੂਰਨ ਵਹਿਰ ਪਿਆਨਾ। ਇਹ ਸੁਣਦਿਆਂ ਮੁੱਲਾ ਛੇਤੀ ਨਾਲ ਗਿਆ। ਮਿਲਿਓ ਜਾਏ ਬੈਸੇ ਤੈਂ ਥਾਨਾ। ਜਾ ਕੇ ਸ਼ਮਸ ਤਬਰੇਜ ਨੂੰ ਮਿਲਿਆ ਤੇ ਸੀਸ ਝੁਕਾ ਕੇ ਉਹਨੂੰ ਮੱਥਾ ਟੇਕਿਆ। ਦੀਨ ਪਇਓ ਪਰਿਓ ਜਬ ਪਾਈ। ਬੜਾ ਦੀਨ ਤੇ ਦੁਖੀ ਹੋ ਕੇ ਉਹਦੇ ਚਰਨਾਂ ਤੇ ਡਿੱਗਾ। ਸ਼ਮਸ ਦੀਨ ਉਪਦੇਸ਼ ਬਤਾਈ। ਸ਼ਮਸ ਤਬਰੇਜ ਨੇ ਮੁੱਲਾ ਨੂੰ ਉਪਦੇਸ਼ ਦੇ ਕੇ ਇਹਨੂੰ ਸ਼ਾਂਤੀ ਦਿੱਤੀ। ਮਿਲਨ ਖੁਦਾਏ ਭੇਦ ਸਮਝਾਇਓ। ਖੁਦਾ ਨੂੰ ਮਿਲਣ ਦਾ ਭੇਦ ਦੱਸਿਆ, ਮੁੱਲਾ ਨੂੰ ਰਾਹ ਦੱਸਿਆ। ਅਪਰ ਥਾਨ ਤਬ ਆਪ ਸਿਧਾਇਓ। ਔਰ ਆਪ ਸ਼ਮਸ ਤਬਰੇਜ ਉਥੋਂ ਚੱਲ ਕੇ ਕਿਸੇ ਹੋਰ ਜਗ੍ਹਾ ਤੇ ਚਲਾ ਗਿਆ। ਬੀਤਿਓ ਜਬ ਪੁਨ ਕੇਤਕ ਕਾਲਾ। ਇਸੇ ਤਰ੍ਹਾਂ ਜਦੋਂ ਕੁਝ ਸਮਾਂ ਨੂੰ ਫਿਰਦਿਆਂ ਬੀਤਿਆ, ਤੈਂ ਇੱਕ ਭੂਪਤ ਹੁਤੋ ਵਿਸਾਲਾ। ਇੱਕ ਨਗਰ ਵਿੱਚ ਆਇਆ ਜਿਹਦਾ ਬੜਾ ਵੱਡਾ ਰਾਜਾ ਸੀ ਨਗਰ ਦਾ। ਕਿਸ ਕਾਰਨ ਤੈਂ ਸੁਤ ਮਰ ਗਇਓ। ਕਹਿੰਦੇ ਉਸ ਰਾਜੇ ਦਾ ਪੁੱਤਰ ਕਿਸੇ ਕਾਰਨ ਕਰਕੇ ਮਰ ਗਿਆ। ਬਹੁਤ ਸ਼ੋਕ ਮੈਂ ਬੇਬਲ ਪਇਓ। ਰਾਜਾ ਬੜਾ ਦੁਖੀ ਹੋਇਆ, ਬੜਾ ਬੇਬਲ ਹੋਇਆ। ਤਿਨ ਗੈ ਲੀਨ ਫਕੀਰ ਮੁਲਾਨੇ। ਰਾਜੇ ਨੇ ਬੜੇ ਬੜੇ ਫਕੀਰ ਤੇ ਮੁਲਾਣੇ ਫੜ ਲਏ। ਬਹੁਤ ਆਨ ਕਰ ਕੈਦ ਕਰਾਨੇ। ਉਹ ਕੈਦ ਕਰ ਲਏ ਰਾਜੇ ਨੇ ਫੜ ਕੇ। ਸਭ ਸੋ ਇਸ ਬਿਦ ਬਾਕ ਬਗੋਆ। ਰਾਜਾ ਉਹਨਾਂ ਮੁਲਾਣਿਆਂ ਤੇ ਪੀਰਾਂ ਫਕੀਰਾਂ ਨੂੰ ਕਹਿਣ ਲੱਗਾ, ਪੁਰਾ ਪਿਕੰਬਰ ਈਸਾ ਹੋਆ। ਕਹਿੰਦਾ ਇੱਕ ਤੁਹਾਡਾ ਪੈਗੰਬਰ ਹੋਇਆ ਈਸਾ ਜਿਹਦਾ ਨਾਂ ਸੀ। ਤਿਨ ਕਿਤਾਬ ਮੈਂ ਲਿਖਿਓ ਬਨਾਈ। ਉਹਦੀ ਕਿਤਾਬ ਹੈ ਜਿਹਦੇ ਵਿੱਚ ਉਹਨੇ ਲਿਖਿਆ ਹੋਇਆ ਹੈ। ਸੋ ਮੈਂ ਅਬ ਤੁਮ ਸੋ ਦਿਓ ਸੁਨਾਈ। ਉਹਦੀ ਕਿਤਾਬ ਵਿੱਚ ਜੋ ਲਿਖਿਆ ਹੋਇਆ ਹੈ ਬਾਈਬਲ ਵਿੱਚ, ਉਹ ਮੈਂ ਤੁਹਾਨੂੰ ਦੱਸਦਾ ਹਾਂ। ਦੋਹਰਾ ਮੈਂ ਮੁਰਦਾ ਜ਼ਿੰਦਾ ਕਰੋ ਹੁਕਮ ਖੁਦਾ ਕੇ ਸਾਥ। ਉਹਨੇ ਇਹ ਲਿਖਿਆ ਵੀ ਮੈਂ ਮੁਰਦੇ ਜਿੰਦਾ ਕਰਾਂਗਾ ਖੁਦਾ ਦੇ ਹੁਕਮ ਨਾਲ। ਉਹਨੇ ਈਸਾ ਨੇ, ਤੁਹਾਡਾ ਹੀ ਪੈਗੰਬਰ ਹੈ, ਉਹਨੇ ਲਿਖਿਆ ਕਿ ਮੈਂ ਮੁਰਦੇ ਜਿੰਦਾ ਕਰਾਂਗਾ ਖੁਦਾ ਦੇ ਹੁਕਮ ਨਾਲ। ਹੋਏ ਅਗਾਰੀ ਜਗਤ ਮੈਂ ਐਸੇ ਸੁਨ ਤਿਨ ਗਾਤ। ਉਹਨੇ ਕਿਹਾ ਸੀ ਵੀ ਅੱਗੇ ਵੀ ਹੋਣਗੇ ਜਿਹੜੀ ਮੇਰੀ ਉਮਤ ਵਿੱਚ ਹੋਣਗੇ, ਜਿਹੜੇ ਮੁਰਦਿਆਂ ਨੂੰ ਜਿਉਂਦਾ ਕਰਨਗੇ। ਚੋਪਈ ਆਪਣੋ ਜਬਈ ਹੁਕਮ ਉਚਰਈ। ਉਹ ਜਦੋਂ ਆਪਣਾ ਹੁਕਮ ਕਰਦਾ ਮੁਰਦੇ ਕੋ ਜ਼ਿੰਦਾ ਸੋ ਕਰਈ। ਉਹ ਕਹਿੰਦਾ ਮੈਂ ਮੁਰਦਿਆਂ ਨੂੰ ਜਿੰਦਾ ਕਰ ਦਿੰਨਾ। ਇਉਂ ਲਿਖ ਗਇਓ ਪਿਕੰਬਰ ਥਾਰੋ। ਉਹ ਰਾਜਾ ਕਹਿੰਦਾ ਤੁਹਾਡਾ ਜਿਹੜਾ ਉਹ ਪੈਗੰਬਰ ਆ ਏਦਾਂ ਲਿਖ ਕੇ ਗਿਆ। ਨੀਕੇ ਹਿਰਦੇ ਵਿਖੇ ਵਿਚਾਰੋ। ਇਸ ਗੱਲ ਨੂੰ ਤੁਸੀਂ ਆਪਣੇ ਹਿਰਦੇ 'ਚ ਵਿਚਾਰੋ। ਮੇਰੋ ਸੁਤ ਮਰ ਗਇਓ ਦੁੱਖ ਪਾਏ। ਕਹਿੰਦਾ ਮੇਰਾ ਇੱਕੋ ਇੱਕ ਪੁੱਤਰ ਸੀ, ਉਹ ਮਰ ਗਿਆ, ਮੈਂ ਦੁਖੀ ਹਾਂ। ਤਾਂ ਕੋ ਅਬ ਤੁਮ ਦਿਓ ਜੀਵਾਏ। ਤੁਸੀਂ ਉਸ ਪੈਗੰਬਰ ਦੀ ਉਮਤ ਹੋ, ਕਹਿੰਦਾ ਜਿਹੜੇ ਮੇਰੇ ਮੰਨਣ ਵਾਲੇ ਨੇ ਉਹ ਵੀ ਮੁਰਦਾ ਜਿਉਂਦਾ ਕਰਨਗੇ। ਤੇ ਕਹਿੰਦਾ ਜੇ ਹੁਣ ਤੁਸੀਂ ਉਹਨੂੰ ਮੰਨਦੇ ਹੋ ਆਪਣਾ ਪੈਗੰਬਰ, ਤੇ ਮੇਰਾ ਪੁੱਤ ਮੁਰਦਾ ਹੋ ਗਿਆ, ਇਹਨੂੰ ਜਿਉਂਦਾ ਕਰੋ ਜਿਵੇਂ ਕਿਵੇਂ, ਨਹੀਂ ਤਾਂ ਤੁਹਾਨੂੰ ਵੀ ਇਹਦੇ ਨਾਲ ਹੀ ਟੋਰੂ। ਹੁਣ ਇਹ ਕੱਲਾ ਨਹੀਂ ਗਿਆ, ਤੁਸੀਂ ਆਪਣੀ ਵੀ ਤਿਆਰੀ ਕਰ ਲਓ ਵੀ ਤੁਹਾਡਾ ਵੀ ਬੋਰੀ ਬਿਸਤਰਾ ਨਾਲ ਹੀ ਇਹਦੇ ਬੰਨ੍ਹ ਕੇ ਟੋਰਾਂਗਾ। ਜਾਂ ਫਿਰ ਇਹਨੂੰ ਜਿਉਂਦਾ ਕਰੋ, ਤੇ ਜਾਂ ਫਿਰ ਇਹ ਕਹੋ ਕਿ ਤੁਹਾਡੇ ਪੈਗੰਬਰ ਨੇ ਝੂਠ ਲਿਖਿਆ। ਨਹੀਂ ਤਾਂ ਪਾਖੋ ਮਿਲ ਕੇ ਸਭ ਲੋਗਾ। ਕਹਿੰਦਾ ਜੇ ਤਾਂ ਜਿਉਂਦਾ ਕਰ ਦਿਓਗੇ ਠੀਕ ਹੈ, ਜੇ ਨਹੀਂ ਕਰ ਸਕਦੇ ਤੇ ਫਿਰ ਜਿੰਨੇ ਤੁਸੀਂ ਪੀਰ ਇੱਥੇ ਇਕੱਠੇ ਹੋਏ ਹੋ ਸਾਰੇ ਇਹ ਗੱਲ ਰਲ ਕੇ ਕਹਿ ਦਿਓ, ਲਿਖਿਓ ਪਿਕੰਬਰ ਇਹ ਦਰੋਗਾ ਕਿ ਸਾਡੇ ਪੈਗੰਬਰ ਨੇ ਸਭ ਝੂਠ ਲਿਖਿਆ। ਇਸ ਬਿਦ ਭੂਪਤ ਕੀ ਸੁਨ ਬਾਨੀ। ਜਦੋਂ ਰਾਜੇ ਨੇ ਇਹ ਗੱਲ ਉਹਨਾਂ ਸਾਰਿਆਂ ਮੁੱਲਾਂ ਨੂੰ, ਜਿੰਨੇ ਉੱਥੇ ਪੀਰ ਫਕੀਰ, ਉਹਨਾਂ ਨੂੰ ਕਹੀ, ਚਿੰਤ ਮਾਨ ਪੇ ਕਿਨਹੁ ਨ ਮਾਨੀ। ਉਹ ਸਾਰੇ ਬੜੇ ਫਿਕਰਮੰਦ ਹੋਏ ਵੀ ਮੁਰਦਾ ਅਸੀਂ ਕਿਵੇਂ ਜਿਉਂਦਾ ਕਰੀਏ।
ਇਹ ਕਿਵੇਂ ਹੋ ਸਕਦਾ ਹੈ? ਬੈਠੇ ਸਭਈ ਕੈਦ ਮਝਾਰੀ, ਸਾਰੇ ਕੈਦ ਵਿੱਚ ਬੈਠੇ ਨੇ, ਬੜੇ ਬੜੇ ਮੁੱਲਾਂ ਬੈਠੇ ਹੋਏ ਨੇ ਕੈਦ ਵਿੱਚ। ਛੁਟਨ ਉਪਾਏ ਨਾ ਪਾਏ ਵਿਚਾਰੀ, ਹੁਣ ਉਹਨਾਂ ਨੂੰ ਛੁੱਟਣ ਦਾ ਕੋਈ ਉਪਾਅ ਨਹੀਂ ਸੁਝਦਾ। ਕਿਵੇਂ ਛੁੱਟਣ ਇਸ ਕੈਦ ਵਿੱਚੋਂ? ਤੈਠਾਂ ਆਪ ਸ਼ਮਸ ਚੱਲ ਗਇਓ। ਇਹਨੇ ਨੂੰ ਸ਼ਮਸ ਤਬਰੇਜ਼ ਜਿਹੜਾ ਮਹਾਨ ਫਕੀਰ ਸੀ, ਸੂਫੀ ਸੰਤ ਸੀ, ਉਹ ਟਹਿਲਦਾ ਉੱਥੇ ਆ ਗਿਆ। ਕੈਦੀਆਂ ਕੋ ਬੂਝ ਤੇ ਅਸ ਪਇਓ, ਜਿੱਥੇ ਉਹ ਸਾਰੇ ਕੈਦ ਕੀਤੇ ਉੱਥੇ ਸ਼ਮਸ ਤਬਰੇਜ਼ ਵੀ ਪਹੁੰਚ ਗਿਆ। ਉਹਨਾਂ ਕੈਦੀਆਂ ਨੂੰ ਪੁੱਛਦਾ ਹੈ, ਬੈਠੇ ਕਿਉਂ ਚਿੰਤਾ ਤੁਰ ਹੋਈ। ਉਹ ਕਹਿੰਦਾ ਕਿਵੇਂ ਬੈਠੇ ਹੋ ਧੋਣਾ ਸੱਟ ਕੇ ਬਈ? ਗਰਦਨ ਦੀਆਂ ਜਿਵੇਂ ਹੱਡੀਆਂ ਟੁੱਟੀਆਂ ਹੋਣ ਤੁਹਾਡੀਆਂ, ਕੀ ਗੱਲ ਹੋ ਗਈ? ਕਿਉਂ ਜ਼ਮੀਨ ਵੱਲ ਵੇਖ ਵੇਖ ਕੇ ਦੁਖੀ ਹੋ ਰਹੇ ਹੋ? ਬਿਗੜਿਓ ਤੁਮਰੋ ਕਾਰਜ ਕੋਈ। ਉਹ ਕਿਹੜੀ ਚੀਜ਼ ਚੋਰੀ ਹੋ ਗਈ ਤੁਹਾਡੀ? ਕੁਝ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਠੱਗੀ ਵੱਜ ਗਈ ਹੈ, ਕੋਈ ਘਾਟਾ ਪੈ ਗਿਆ ਜਿਹੜਾ ਐਡੇ ਦੁਖੀ ਹੋ ਕੇ ਬੈਠੇ ਹੋ? ਸਭ ਨੇ ਸੁਨਿਆਸ ਗਿਰਾ ਉਚਾਰੀ। ਉਹ ਜਿੰਨੇ ਕੈਦੀ ਸੀ ਉੱਥੇ ਬੋਲੇ, ਕਹਿਣ ਲੱਗੇ ਸ਼ਮਸ ਤਬਰੇਜ਼ ਨੂੰ, ਨ੍ਰਿਪ ਕਹੇ ਮੁਰਦਾ ਦਿਓ ਜਿਵਾਰੀ। ਕਹਿੰਦੇ ਤੈਨੂੰ ਨਹੀਂ ਪਤਾ ਇੱਥੇ ਰਾਜੇ ਦਾ ਦਿਮਾਗ ਭੋਇਆ। ਕਹਿੰਦਾ ਮੇਰਾ ਪੁੱਤਰ ਮਰਿਆ, ਤੁਹਾਨੂੰ ਵੀ ਨਾਲ ਟੋਰਾਂਗਾ ਜਾਂ ਇਹਨੂੰ ਜਿਉਂਦਾ ਕਰੋ। ਹੁਣ ਦੱਸੋ ਅਸੀਂ ਉਹ ਮੁਰਦੇ ਨੂੰ ਕਿਵੇਂ ਜੀਵਦਾ ਕਰੀਏ? ਕਹਿ ਕੇ ਰਾਖੇ ਕੈਦ ਮਝਾਰੀ। ਉਹਨੇ ਫੜ ਕੇ ਸਾਨੂੰ ਕੈਦ ਕੀਤਾ ਹੋਇਆ। ਸ਼ਮਸ ਤਬਰੇਜ਼ ਕਹਿੰਦਾ ਵੀ ਰਾਜਾ ਵੀ ਸੱਚਾ, ਤੁਹਾਡਾ ਪੈਗੰਬਰ ਹੀ ਤੁਹਾਨੂੰ ਕਹਿ ਕੇ ਗਿਆ ਨਾ ਵੀ ਮੈਂ ਮੁਰਦਾ ਜਿੰਦਾ ਕਰਾਂਗਾ ਖੁਦਾ ਦੇ ਹੁਕਮ ਨਾਲ, ਤੇ ਫਿਰ ਕਰੋ ਹੁਣ ਜਿਉਂਦੇ। ਕਰਦੇ ਕਿਉਂ ਨਹੀਂ? ਉਹ ਤਾਂ ਰਾਜਾ ਤਾਂ ਸਹੀ ਹੈ, ਉਹ ਤਾਂ ਤੁਹਾਡੇ ਲਿਖੇ ਹੋਏ ਗ੍ਰੰਥ ਦੇ ਮੁਤਾਬਕ ਹੀ ਤੁਹਾਨੂੰ ਦੱਸ ਰਿਹਾ ਹੈ। ਐਸੀ ਸ਼ਕਤ ਨਾ ਕਿਸ ਮੈਂ ਭਾਰੀ। ਉਹ ਕਹਿੰਦੇ ਜੀ ਅਸੀਂ ਤਾਂ ਕੀ ਜਾਣੀਏ, ਸਾਡੇ ਕੋਲ ਕਾਹਦੀ ਸ਼ਕਤੀ? ਸਾਡੇ ਕੋਲ ਤਾਂ ਇਹ ਸ਼ਕਤੀ ਨਹੀਂ ਵੀ ਅਸੀਂ ਆਪਣਾ ਆਪ ਬਚਾ ਸਕੀਏ। ਰਾਜੇ ਦੇ ਪੁੱਤ ਨੂੰ ਜਿਉਂਦਾ ਕਰਨਾ ਤਾਂ ਦੂਰ ਦੀ ਗੱਲ ਹੈ। ਸ਼ਮਸ ਕਹੇ ਮੈਂ ਦਿਓ ਜਿਵਾਏ। ਸ਼ਮਸ ਤਬਰੇਜ਼ ਕਹਿੰਦਾ ਫਿਰ ਮੈਂ ਜਵਾਵਾਂ? ਨਹੀਂ ਤੁਹਾਡੇ ਕੋਲ ਤਾਣ ਕੋਈ, ਤੇ ਫਿਰ ਇਹ ਕੰਮ ਮੈਂ ਕਰ ਦਿੰਦਾ। ਤੁਮ ਮੁਝ ਕੋ ਹੋਵੋ ਦੁਖਦਾਏ। ਪਰ ਮੈਂ ਇਹ ਗੱਲ ਕਹਿ ਦਿੰਦਾ ਤੁਹਾਨੂੰ ਵੀ ਅੱਜ ਮੈਂ ਤੁਹਾਡੇ ਤੇ ਕਰਾਂਗਾ ਉਪਕਾਰ, ਮੈਂ ਉਸ ਨੂੰ ਜਿਉਂਦਾ ਕਰ ਦਿਆਂਗਾ, ਪਰ ਤੁਸੀਂ ਮੇਰਾ ਭਲਾ ਨਹੀਂ ਕਰਨਾ, ਤੁਸਾਂ ਨੇ ਮੈਨੂੰ ਰਲ ਕੇ ਦੁੱਖ ਦੇਣਾ। ਇਹ ਗੱਲ ਵੀ ਹੈ ਵੀ ਤੁਸੀਂ ਮੇਰੇ ਲਈ ਦੁਖਦਾਈ ਹੋਣਾ। ਅੱਜ ਮੈਂ ਤੁਹਾਨੂੰ ਛੁਡਾ ਦਿੰਦਾ, ਉਹਦਾ ਪੁੱਤਰ ਵੀ ਮੈਂ ਜਿਉਂਦਾ ਕਰ ਦਿੰਦਾ, ਪਰ ਤੁਸੀਂ ਮੈਨੂੰ ਮੁੜ ਕੇ ਦੁੱਖ ਦੇਵੋਗੇ। ਕਰ ਜੋਰੇ ਸੁਨ ਕਹਿਓ ਸਭਈ। ਉਹ ਅੱਗੋਂ ਹੱਥ ਜੋੜ ਕੇ ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਤੂੰ ਸਾਡੀ ਜਾਨ ਬਚਾਵੇਂ ਤੇ ਅਸੀਂ ਤੈਨੂੰ ਦੁੱਖ ਦੇਵਾਂਗੇ? ਤੂੰ ਸਾਡੇ ਤੇ ਅਹਿਸਾਨ ਕਰ। ਤੁਮ ਕੋ ਹਮ ਦੁੱਖ ਦੇਹ ਨ ਕਬਈ। ਅਸੀਂ ਕਦੇ ਤੈਨੂੰ ਕੋਈ ਦੁੱਖ ਨਹੀਂ ਦੇਵਾਂਗੇ। ਇਸੇ ਜਿਵਾਏ ਛੁਟਾਵੋ ਸਾਰੇ। ਅਸੀਂ ਸਾਨੂੰ ਸਾਰਿਆਂ ਨੂੰ ਛੁਡਾ ਲੈ ਇਸ ਮੁਰਦੇ ਨੂੰ ਜਿਉਂਦਾ ਕਰਕੇ। ਮਿਲ ਕੇ ਬੰਦੇ ਪਾਏ ਤੁਮਾਰੇ। ਅਸੀਂ ਸਾਰੇ ਤੇਰੇ ਪੈਰਾਂ ਤੇ ਮੱਥਾ ਟੇਕਾਂਗੇ। ਤਬ ਚੱਲ ਸ਼ਮਸ ਗਇਓ ਤੈ ਥਾਈ। ਇਹ ਕਹਿ ਕੇ ਸ਼ਮਸ ਤਬਰੇਜ਼ ਆਪਣੀ ਉਸ ਜਗ੍ਹਾ ਤੇ ਗਿਆ ਰਾਜੇ ਦੇ ਦਰਬਾਰ ਵਿੱਚ, ਠੰਡ ਹੋਏ ਗਿਰਾ ਅਲਾਈ। ਜਿੱਥੇ ਉਹਦਾ ਪੁੱਤਰ ਮੁਰਦਾ ਪਿਆ ਸੀ। ਜਾ ਕੇ ਸ਼ਮਸ ਤਬਰੇਜ਼ ਬੋਲਿਆ, ਮੇਰੇ ਹੁਕਮ ਸਾਥ ਉੱਠ ਜੀਵੋ। ਜਾ ਕੇ ਕਹਿਣ ਲੱਗਾ ਤੈਨੂੰ ਮੇਰਾ ਹੁਕਮ ਹੈ, ਹੇ ਮੁਰਦੇ ਜਿਉਂਦਾ ਹੋ ਕੇ ਉੱਠ ਖਲੋ, ਮੇਰੇ ਹੁਕਮ ਨਾਲ ਜੀਵਦਾ ਹੋ ਜਾ। ਵਿਚਰੋ ਪੂਰਬ ਜਿਉ ਅਬ ਥੀਵੋ। ਜਿਵੇਂ ਪਹਿਲਾਂ ਫਿਰਦਾ ਸੀ ਉਦਾਂ ਵਿਚਰ, ਉਦਾਂ ਫਿਰ। ਤੈ ਚਿਨ ਤਾਹਾਂ ਜੋ ਮਿਰਤਕ ਪਰਿਓ। ਕਹਿੰਦੇ ਜਦੋਂ ਸ਼ਮਸ ਨੇ ਇਹ ਗੱਲ ਕਹੀ, ਉਸ ਵੇਲੇ ਜਿਹੜਾ ਉਹ ਮੁਰਦਾ ਉਸ ਜਗ੍ਹਾ ਤੇ ਪਿਆ ਹੋਇਆ ਸੀ, ਉੱਠ ਬੈਠਿਓ ਨ੍ਰਿਪ ਦੁੱਖ ਪਰ ਹਰਿਓ। ਇੱਕਦਮ ਉੱਠ ਕੇ ਬੈਠ ਗਿਆ। ਰਾਜਾ ਵੇਖ ਕੇ ਚੰਬਤ ਹੋਇਆ ਤੇ ਦੁੱਖ ਦੂਰ ਹੋਇਆ। ਹਿਰਦੇ ਪਾ ਆਨੰਦ ਸਭ ਤਾਈ। ਸਾਰਿਆਂ 'ਚ ਆਨੰਦ ਵਰਤ ਗਿਆ, ਖੁਸ਼ੀ ਦੀ ਲਹਿਰ ਦੌੜ ਗਈ। ਕਰੇ ਕੈਦ ਜੇ ਦੀਨ ਛੁਡਾਈ। ਜਿਹੜੇ ਕੈਦ ਕੀਤੇ ਸਨ ਸਾਰੇ ਛੁਡਾ ਦਿੱਤੇ। ਭਏ ਮੁਲਾਨੇ ਸਭ ਇੱਕ ਥਾਈ। ਹੁਣ ਉਹ ਸਾਰੇ ਮੁਲਾਣੇ ਇੱਕ ਜਗ੍ਹਾ ਤੇ ਇਕੱਠੇ ਹੋਏ। ਕਹਿਣ ਲਗੇ ਇਨ ਕੀਨ ਖੁਟਾਈ। ਜਿਵੇਂ ਕਿਹਾ ਸੀ ਨਾ ਸ਼ਮਸ ਨੇ ਵੀ ਤੁਸੀਂ ਦੁੱਖ ਦਿਓਗੇ ਮੈਨੂੰ, ਉਹੀ ਗੱਲ ਬਣ ਗਈ। ਉਹ ਮੁਲਾਣੇ ਇਕੱਠੇ ਹੋ ਕੇ ਕਹਿਣ ਲੱਗੇ ਆਪਸ ਵਿੱਚ, ਸ਼ਰਾਬ ਵਿਖੇ ਰੱਖਣਾ ਇਨ ਗੇਰਾ। ਕਹਿੰਦੇ ਸ਼ਮਸ ਤਬਰੇਜ਼ ਨੇ ਸਾਡੀ ਸ਼ਰ੍ਹਾ 'ਚ ਰੱਖਣਾ ਪਾ ਦਿੱਤਾ, ਸਾਡੀ ਸ਼ਰ੍ਹਾ 'ਚ ਫਰਕ ਪਾ ਦਿੱਤਾ। ਕਯੋ ਜੀਵ ਪਾ ਹੁਕਮ ਜੋ ਮੇਰਾ। ਇਹਨੇ ਆਖਿਆ ਵੀ ਮੇਰੇ ਹੁਕਮ ਨਾਲ ਜੀਵ। ਇਹਨੂੰ ਕਹਿਣਾ ਚਾਹੀਦਾ ਸੀ ਵੀ ਖੁਦਾ ਦੇ ਹੁਕਮ ਨਾਲ ਜਿੰਦਾ ਹੋ,
ਪਰ ਇਹਨੇ ਆਖਿਆ ਮੇਰੇ ਹੁਕਮ ਨਾਲ ਜੀ। ਨਹੀਂ ਖੁਦਾਏ ਨਾਮ ਕੋ ਲੀਨੋ, ਇਹਨੇ ਖੁਦਾ ਦਾ ਨਾਂ ਨਹੀਂ ਲਿਆ। ਇਸੀ ਬਾਤ ਇਨ ਕੀਨ ਮਲੀਨੋ, ਇਹ ਬੜਾ ਮਾੜਾ ਕੰਮ ਕੀਤਾ ਸ਼ਮਸ ਤਬਰੇਜ਼ ਨੇ। ਇਹਨੇ ਖੁਦਾ ਨੂੰ ਪਾਸੇ ਕਰਕੇ ਆਪਣੇ ਨਾਂ ਨਾਲ ਜਿਉਂਦਾ ਕੀਤਾ। ਨਹੀਂ ਮਜ਼ਹਬ ਹਮਰੇ ਮੈਂ ਪਾਈ, ਇਹੋ ਜਿਹਾ ਬੰਦਾ ਸਾਡੇ ਮਜ਼ਹਬ ਵਿੱਚ ਨਹੀਂ ਹੋਣਾ ਚਾਹੀਦਾ। ਇਹ ਗੱਲ ਚੰਗੀ ਨਹੀਂ। ਜਾਂ ਤੇ ਚਈਅਤ ਦੇਈ ਸਜਾਈ, ਕਹਿੰਦੇ ਇਹਨੂੰ ਸਜ਼ਾ ਦੇਣੀ ਚਾਹੀਦੀ ਇਸ ਕੰਮ ਦੀ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਇਹਨੇ ਖੁਦਾ ਦਾ ਨਾਂ ਲੈਣ ਦੀ ਬਜਾਏ ਆਖਿਆ ਮੇਰੇ ਹੁਕਮ ਨਾਲ ਜੀ, ਖੁਦਾ ਦਾ ਨਾਂ ਨਹੀਂ ਲਿਆ। ਸਭ ਮਿਲ ਸ਼ਮਸ ਲੀਨ ਗਹਿ ਤਬਈ, ਇਹਨਾਂ ਮੁੱਲਿਆਂ ਨੇ ਇਕੱਠਿਆਂ ਹੋ ਕੇ ਸ਼ਮਸ ਤਬਰੇਜ਼ ਨੂੰ ਪਕੜ ਲਿਆ। ਕਹਿਤ ਜੁਥੇ ਦੁੱਖ ਦੇਹ ਨ ਕਬਈ, ਜਿਹੜੇ ਕਹਿੰਦੇ ਸੀ ਅਸੀਂ ਤੈਨੂੰ ਕਦੇ ਦੁੱਖ ਨਹੀਂ ਦੇਾਂਗੇ, ਅਸੀਂ ਤੈਨੂੰ ਮੱਥਾ ਟੇਕਿਆ ਕਰਾਂਗੇ, ਨਮਸਕਾਰ ਕਰਿਆ ਕਰਾਂਗੇ, ਉਹਨਾਂ ਨੇ ਸਾਰਿਆਂ ਮੁੱਲਿਆਂ ਨੇ ਫੜ ਲਿਆ। ਤਬੇ ਸ਼ਮਸ ਨੇ ਗਿਰਾ ਅਲਾਈ, ਸ਼ਮਸ ਤਬਰੇਜ਼ ਉਹਨਾਂ ਨੂੰ ਕਹਿੰਦਾ ਹੋ ਗਈ ਉਹੀ ਗੱਲ ਜਿਹੜੀ ਮੈਂ ਕਹੀ ਸੀ। ਉਸ ਵੇਲੇ ਬੋਲਿਆ, ਕਹਿਣ ਲੱਗਾ ਕਿਆ ਸਜ਼ਾਏ ਤੁਮ ਦਿਓ ਮੁਝ ਤਾਈ, ਕਹਿੰਦੇ ਦੱਸੋ ਬਈ ਮੁੱਲਿਓ ਹੁਣ ਮੈਨੂੰ ਕਿਹੜੀ ਸਜ਼ਾ ਦਿਓਗੇ ਤੁਸੀਂ? ਕਿਹੜੀ ਸਜ਼ਾ, ਕਿਹੜੀ ਤਾੜਨਾ ਦਿਓਗੇ? ਜੋ ਹੈ ਮਨ ਮੈਂ ਸੋ ਕਰ ਲੀਜੈ, ਦਿਓ ਜਿਹੜੀ ਸਜ਼ਾ ਤੁਸੀਂ ਦੇਣੀ, ਜੋ ਤੁਹਾਡੇ ਮਨ ਚ ਆਵੇ ਉਹ ਕਰੋ। ਹੋ ਝੂਠੇ ਨਿਜ ਹਿਰਦੇ ਲਖੀਜੈ, ਪਰ ਇੱਕ ਗੱਲ ਯਾਦ ਰੱਖਿਓ, ਤੁਸੀਂ ਝੂਠੇ ਸਾਬਤ ਹੋਏ ਹੋ। ਤੁਸੀਂ ਕਿਹਾ ਸੀ ਕਿ ਅਸੀਂ ਤੈਨੂੰ ਸਜ਼ਾ ਨਹੀਂ ਦੇਾਂਗੇ, ਕੋਈ ਦੁੱਖ ਨਹੀਂ ਦੇਾਂਗੇ, ਪਰ ਹੁਣ ਤੁਸੀਂ ਝੂਠੇ ਹੋ ਸਾਰੇ। ਦਿਓ ਜਿਹੜੀ ਸਜ਼ਾ ਤੁਸੀਂ ਦੇਣੀ ਹੈ। ਕਹਿਤ ਮੁਲਾਨੇ ਸ਼ਰਾ ਮਜਾਰੀ, ਉਹ ਮੁਲਾਣੇ ਸੀ ਸਾਰੇ ਬੋਲੇ, ਕਹਿਣ ਲੱਗੇ ਸਾਡੀ ਸ਼ਰ੍ਹਾ ਵਿੱਚ ਖਾਲ ਉਤਾਰਨ ਉਚਿਤ ਤੁਮਾਰੀ, ਜਿਹੜਾ ਆਪਣੇ ਆਪ ਨੂੰ ਖੁਦਾ ਕਵੇ ਉਹਦੇ ਲਈ ਸਜ਼ਾ ਕਿ ਉਹਦੀ ਪੁੱਠੀ ਖੱਲ ਲਾ ਦਿੱਤੀ ਜਾਵੇ ਸਰੀਰ ਦੀ। ਕਹਿੰਦੇ ਤੇਰੀ ਜਿਹੜੀ ਖੱਲ ਹੈ ਸਰੀਰ ਦੀ ਚਮੜੀ ਉੱਪਰਲੀ ਇਹ ਲਾਈ ਜਾਵੇਗੀ। ਆਪਨ ਹੁਕਮ ਸੋ ਮੁਰਦਾ ਜ਼ਿੰਦਾ, ਕਿਉਂਕਿ ਤੂੰ ਆਪਣੇ ਹੁਕਮ ਨਾਲ ਮੁਰਦਾ ਜਿਉਂਦਾ ਕੀਤਾ। ਕਰਿਓ ਤੈ ਤਾਂ ਤੇ ਤੁਝ ਨਿੰਦਾ, ਤਾਂ ਤੇਰੀ ਨਿੰਦਾ ਹੋ ਰਹੀ। ਜੇ ਤੂੰ ਖੁਦਾ ਦੇ ਹੁਕਮ ਨਾਲ ਕਹਿੰਦਾ ਫਿਰ ਏਦਾਂ ਨਹੀਂ ਸੀ ਹੋਣਾ। ਤੂੰ ਆਪਣੇ ਹੁਕਮ ਨਾਲ ਜਿੰਦਾ ਕੀਤਾ ਤਾਂ ਤੇਰੀ ਪੁੱਠੀ ਖੱਲ ਲਾਈ ਜਾਏਗੀ। ਅਸ ਕੈ ਲੀਨੀ ਖਾਲ ਉਤਾਰੀ, ਏਦਾਂ ਕਹਿ ਕੇ ਇਹਨਾਂ ਨੇ ਸ਼ਮਸ ਤਬਰੇਜ਼ ਨੂੰ ਪੁੱਠਾ ਟੰਗਿਆ ਔਰ ਇਹਦੇ ਸਰੀਰ ਦੀ ਖੱਲ ਜਿਹੜੀ ਸੀ ਉਹ ਲਾਈ। ਦਿਓ ਚੋਰ ਬੈ ਸ਼ਰੋਣਾ ਤਾਰੀ, ਪਰ ਪ੍ਰਾਣ ਨਹੀਂ ਕੱਢੇ ਇਹਦੇ। ਉੱਪਰੋਂ ਜਿਹੜੀ ਚਮੜੀ ਸੀ ਸਰੀਰ ਦੀ ਖੱਲ ਉਹ ਲਾ ਲਈ ਔਰ ਸਰੀਰ ਚੋਂ ਖੂਨ ਦੀਆਂ ਤਤੀਰੀਆਂ ਵਹਿੰਦੀਆਂ ਹਨ। ਪਰ ਸ਼ਮਸ ਤਬਰੇਜ਼ ਨਿਰੰਕਾਰ ਖੁਦਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਪਇਓ ਕਰੂਪ ਭਿਆਨਕ ਭਾਰੀ, ਹੁਣ ਸਰੀਰ ਕੋਝਾ ਹੋ ਗਿਆ। ਜਿਹੜੀ ਚਮੜੀ ਸੀ ਸਾਰੀ ਲਾ ਦਿੱਤੀ ਉੱਤੋਂ ਸਰੀਰ ਤੋਂ, ਤੇ ਸਰੀਰ ਬੜਾ ਵਿਕਰਾਲ ਜਿਹਾ ਸ਼ਮਸ ਤਬਰੇਜ਼ ਦਾ ਨਜ਼ਰ ਆਉਂਦਾ, ਖੂਨ ਵਗਦਾ ਹੈ। ਪੂ ਪਰ ਗਈ ਸਭ ਅੰਗ ਮਜਾਰੀ, ਕਹਿੰਦੇ ਕੁਝ ਦਿਨਾਂ ਵਿੱਚ ਸਰੀਰ 'ਚ ਰੇਸ਼ਾ ਭਰ ਗਿਆ ਸਾਰੇ 'ਚ। ਪੂ ਕਹਿੰਦੇ ਆ ਪੀਕ, ਕਹਿੰਦੇ ਜ਼ਖਮਾਂ ਵਿੱਚ ਪੀਕ ਭਰ ਗਈ। ਪਿੰਨ ਕੈ ਮਾਖੀ ਚੌਂ ਦਿਸ਼ ਮਾਈ, ਮੱਖੀਆਂ ਸਰੀਰ ਤੇ ਭਿਣ ਭਿਣ ਕਰਨ ਲੱਗੀਆਂ ਉਸ ਵੇਲੇ ਸ਼ਮਸ ਤਬਰੇਜ਼ ਦੇ। ਉਹ ਸਮੀਪ ਆਵਨ ਦੇ ਨਾਈ, ਕੋਈ ਇਹਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ। ਕਾਏ ਦੇਸ਼ ਕੋ ਛੋਰ ਸਿਧਾਰਾ, ਸ਼ਮਸ ਤਬਰੇਜ਼ ਨੇ ਉਹ ਦੇਸ਼ ਛੱਡਿਆ ਤੇ ਉੱਥੋਂ ਚੱਲ ਪਿਆ। ਆਵਤ ਪਾ ਮੁਲਤਾਨ ਮਜਾਰਾ, ਉਹ ਚੱਲ ਕੇ ਮੁਲਤਾਨ ਆ ਗਿਆ। ਜਿੱਥੇ ਗੁਰੂ ਸਾਹਿਬ ਬੈਠੇ ਸੀ ਉਹ ਜਗ੍ਹਾ ਸੀ ਮੁਲਤਾਨ 'ਚ ਸ਼ਮਸ ਤਬਰੇਜ਼ ਦੀ। ਮਹਾਰਾਜ ਜੀ ਦੱਸ, ਕਹਿੰਦੇ ਉਹ ਚੱਲ ਕੇ ਮੁਲਤਾਨ ਆ ਗਿਆ। ਸ਼ੁਦਾ ਵਿਖੇ ਆਤੁਰ ਹੋਏ ਸੋ, ਜਦੋਂ ਮੁਲਤਾਨ ਆਇਆ ਤੇ ਬੜੀ ਭੁੱਖ ਲੱਗੀ ਹੋਈ ਉਹਨੂੰ, ਭੁੱਖ ਨਾਲ ਬੜਾ ਬੇਬਲ ਸੀ। ਜਾਚੇ ਅੰਨ ਦੇਤ ਨੈ ਕੋ, ਜਿਹੜੇ ਘਰ ਵਿੱਚ ਜਾ ਕੇ ਮੰਗੇ ਕੋਈ ਦੇਵੇ ਨਾ ਉਹਨੂੰ ਖਾਣ ਨੂੰ। ਤਬ ਇਕ ਮੀਨ ਮੰਗ ਤੇ ਪਾਈ, ਕਿਉਂਕਿ ਸਰੀਰ ਤੇ ਪੂੰ ਵੇਖ ਕੇ ਦੂਰੋਂ ਹੀ ਭਜਾ ਦਿੰਦੇ, ਚਲਾ ਜਾ ਚਲਾ ਜਾ, ਨੇੜੇ ਨਾ ਆਈ। ਮੰਗਦਿਆਂ ਕਿਸੇ ਨੇ ਦਇਆ ਕੀਤੀ ਤੇ ਕੋਈ ਮਛੇਰਾ ਸੀ, ਉਹਦੇ ਕੋਲ ਇੱਕ ਮੱਛੀ ਸੀ ਵੱਡੀ। ਉਹਨੇ ਆਖਿਆ ਮੇਰੇ ਕੋਲ ਤਾਂ ਆ ਹੀ ਲੈ ਲੈ। ਉਹ ਮੱਛੀ ਇਹਨੇ ਸ਼ਮਸ ਤਬਰੇਜ਼ ਨੂੰ ਦੇ ਦਿੱਤੀ। ਨੈ ਪੁਰ ਜਨ ਦੇਵੇਂ ਕਿਸ ਥਾਈ, ਹੁਣ ਮੱਛੀ ਲੈ ਲਈ। ਮੱਛੀ ਖਾਣ ਨੂੰ ਪਹਿਲਾਂ ਭੁੰਨਣੀ ਪੈਣੀ ਸੀ। ਹੁਣ ਇਹ ਕਵੇ ਵੀ ਮੈਨੂੰ ਕੋਈ ਭੁੰਨ ਕੇ ਦੇ ਦਿਓ ਜਾਂ ਮੈਂ ਭੁੰਨ ਲੈਣਾ, ਕੋਈ ਜਗ੍ਹਾ ਦੇ ਦਿਓ ਚੁੱਲ੍ਹਾ ਵਗੈਰਾ। ਕਹਿੰਦੇ ਕੋਈ ਭੁੰਨਣ ਨਾ ਦੇਵੇ ਇਸ ਨੂੰ।
ਆਏ ਸ਼ਹਿਰ ਬੈਠਿਓ ਇੱਕ ਥਾਨਾ। ਸ਼ਹਿਰ ਦੇ ਇੱਕ ਖੁੰਝੇ ਚ ਆ ਕੇ ਮੁਲਤਾਨ ਦੇ ਵਿੱਚ ਇਹ ਬਹਿ ਗਿਆ। ਇਉਂ ਸੂਰਜ ਸੋ ਬਚਨ ਬਖਾਨਾ। ਮੱਛੀ ਰੱਖੀ ਹੋਈ ਅੱਗੇ ਆਪਣੇ ਤੇ ਭੁੰਨਣ ਨੂੰ ਕੋਈ ਦੇਵੇ ਨਾ। ਇਹਨੇ ਸੂਰਜ ਵੱਲ ਵੇਖਿਆ, ਸੂਰਜ ਵੱਲ ਵੇਖ ਕੇ ਸ਼ਮਸ ਨਾਮ ਹੈ ਇੱਕ ਮਮ ਤੋਰਾ। ਕਹਿੰਦਾ ਤੇਰਾ ਨਾਮ ਵੀ ਸ਼ਮਸ਼ ਹੈ, ਕਿਉਂਕਿ ਸੂਰਜ ਨੂੰ ਵੀ ਫਾਰਸੀ ਚ ਸਮਸ਼ ਕਹਿੰਦੇ ਆ। ਕਹਿੰਦੇ ਮੇਰਾ ਨਾਮ ਵੀ ਸਮਸ਼ ਹੈ, ਮੈਂ ਵੀ ਸੂਰਜ ਹਾਂ, ਤੂੰ ਵੀ ਸੂਰਜ ਹੈ। ਤੇਰਾ ਨਾਮ ਵੀ ਸਮਸ਼ ਹੈ ਔਰ ਮੇਰਾ ਨਾਮ ਵੀ ਸਮਸ਼ ਹੈ। ਜਾਂ ਤੇ ਕਾਜ ਕਰੋ ਤੁਮ ਮੋਰਾ। ਇਸ ਕਰਕੇ ਤੇਰਾ ਫਰਜ਼ ਬਣਦਾ ਤੂੰ ਮੇਰਾ ਕੰਮ ਕਰੇ। ਐ ਸਮਸ਼, ਤੂੰ ਵੀ ਸਮਸ਼ ਹੈ, ਮੈਂ ਵੀ ਸਮਸ਼ ਹਾਂ, ਤੇ ਮੇਰਾ ਇੱਕ ਕੰਮ ਕਰ। ਨੀਚੇ ਆਣ ਪੁਰਜੀਏ ਮੀਨਾ। ਆ ਪਈ ਆ ਮੇਰੀ ਮੱਛੀ ਤੇ ਥੱਲੇ ਆ ਜ਼ਮੀਨ ਤੇ ਆ ਕੇ ਮੇਰੀ ਮੱਛੀ ਭੁੰਨ ਕੇ ਮੈਨੂੰ ਦੇ। ਇਹ ਕੰਮ ਤੂੰ ਮੇਰਾ ਕਰ। ਪੁਨ ਖਾਵੋ ਮੈਂ ਛੁਦਾ ਅਧੀਨਾ। ਮੈਂ ਭੁੱਖਾ ਹਾਂ, ਜਦੋਂ ਤੂੰ ਇਹਨੂੰ ਭੁੰਨੇਗਾ ਮੈਂ ਇਹਨੂੰ ਖਾਵਾਂਗਾ। ਤਬ ਸਵਿਤਾ ਨੀਚੇ ਕੋ ਆਇਆ। ਹੁਣ ਇਹ ਸੁਣਦਿਆਂ ਕਹਿੰਦੇ ਸੂਰਜ ਧਰਤੀ ਦੇ ਨੇੜੇ ਆਉਣ ਲੱਗਾ। ਸੂਰਜ ਸ਼ਮਸ ਤਬਰੇਜ ਦੇ ਕਹਿਣੇ ਤੇ ਧਰਤੀ ਦੇ ਨਜ਼ਦੀਕ ਆਉਣ ਲੱਗਾ। ਪਇਓ ਤੇਜ ਜੈ ਅਧਿਕ ਵਧਾਇਆ। ਹੁਣ ਜਦੋਂ ਨੇੜੇ ਆ ਕੇ ਉਹ ਜ਼ਮੀਨ ਦੇ ਸੇਕ ਵਧਿਆ, ਉਹਦਾ ਧਰਤੀ ਦੇ ਉੱਤੇ, ਮੁਲਤਾਨ ਦੇ ਸ਼ਹਿਰ ਦੇ ਉੱਤੇ ਉਹਦਾ ਕਰੋਪ ਆਇਆ। ਤਪਤ ਲੋਕ ਅਤਸ਼ੈ ਅਕੁਲਾਏ। ਸੜਨ ਲੱਗੇ ਲੋਕ, ਭੁੱਜਣ ਲੱਗੇ, ਵਿਆਕੁਲ ਹੋਣ ਲੱਗੇ। ਮਹਿਮਾ ਲਖੀ ਪਰੇ ਤਬ ਪਾਏ। ਫਿਰ ਉਹਨਾਂ ਵੇਖਿਆ ਵੀ ਇਹ ਸ਼ਮਸ਼ ਨੇ ਆਵਾਜ਼ ਮਾਰੀ ਉਹਨੂੰ, ਤਾਂ ਉਹ ਥੱਲੇ ਨੂੰ ਆ ਰਿਹਾ। ਉਹਨਾਂ ਨੇ ਇਹਦੀ ਮਹਿਮਾ ਜਾਣੀ ਤੇ ਇਹਦੇ ਚਰਨਾਂ ਤੇ ਝੁਕ ਗਏ। ਸਭ ਪ੍ਰਕਾਰ ਕੀ ਸੇਵਾ ਠਾਨੀ। ਉਹਨਾਂ ਨੇ ਸਾਰਿਆਂ ਨੇ ਸੇਵਾ ਕੀਤੀ। ਮਹਾਰਾਜ ਅਸੀਂ ਸੇਵਾ ਟਹਿਲ ਕਰਦੇ ਹਾਂ। ਸਾਰਿਆਂ ਨੇ ਲੰਗਰ ਪ੍ਰਸ਼ਾਦੇ ਦਾ ਉਹਦਾ ਪ੍ਰਬੰਧ ਕੀਤਾ। ਸੇਵਕ ਭਏ ਕਰਮ ਮਨ ਬਾਨੀ। ਏਦਾਂ ਮੁਲਤਾਨ ਦੇ ਲੋਕ ਸ਼ਮਸ ਤਬਰੇਜ ਦੇ ਸੇਵਕ ਹੋ ਗਏ। ਉਹਦੀ ਮਸੀਤ ਬਣਾਈ, ਬਕਾਇਦਾ ਉਹਦੀ ਜਗ੍ਹਾ ਆਪਣੇ ਸ਼ਹਿਰ ਚ ਬਣਾਈ। ਤਬ ਤੇ ਸ਼ਮਸ ਰਿਓ ਤੈ ਥਾਨਾ। ਉਸ ਜਗ੍ਹਾ ਤੇ ਸ਼ਮਸ ਤਬਰੇਜ ਰਿਹਾ। ਸਭ ਤੇ ਅਜ਼ਮਤ ਜਾਏ ਮਹਾਨਾ। ਇਹਨਾਂ ਪੀਰਾਂ ਵਿੱਚੋਂ ਵੱਡਾ ਪੀਰ ਹੋਇਆ, ਵੱਡਾ ਅਜਮਤੀ ਹੋਇਆ। ਇਸ ਪ੍ਰਕਾਰ ਕੋ ਹੁਤੋ ਪ੍ਰਸੰਗਾ। ਇਹ ਸ਼ਮਸ ਤਬਰੇਜ ਦਾ ਪ੍ਰਸੰਗ ਹੈ। ਜੋ ਪਾਖਿਓ ਬਾਲੇ ਤੁਝ ਸੰਗਾ। ਭਾਈ ਬਾਲਾ ਜੀ ਇਹ ਪ੍ਰਸੰਗ ਇੱਥੇ ਸੂਫੀ ਸੰਤਾਂ ਵਿੱਚ ਪ੍ਰਗਟ ਹੈ ਸ਼ਮਸ ਤਬਰੇਜ ਦਾ, ਜਿਹੜਾ ਅਸੀਂ ਤੁਸਾਂ ਨੂੰ ਸੁਣਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਅੱਗੇ ਚੱਲੇ ਹਨ 100 ਸੁਹਾਗਣ ਨੂੰ ਤਾਰਨ ਵਾਸਤੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁ